ने मैनू 1.5-2 महीने जी उत्थे रखिया मैनू अपनी जेल 'ਚ बड़ा मारिया कुटिया जी। मेरे हजे तक भी मेरे जिन्हें कुटिया हजे तक भी मेरे पिठ दे मगर निशान फिंसियां जिहियां दे हैगे आ ਜਿਹੜੇ ਮੈਨੂੰ ਉਹਨਾਂ ਨੇ ਕੁੱਟੇ ਮਾਰੇ। ਤੇ ਜੇਲ੍ਹ ਦੇ ਹਾਲਾਤ ਤੁਹਾਨੂੰ ਕੀ ਦੱਸਾਂ। 1-2 ਬ੍ਰੈਡ ਸਵੇਰੇ ਤੇ 2 ਦੁਪਹਿਰੇ ਤੇ 2 ਸ਼ਾਮੀ ਐਦਾਂ ਦੇ ਬ੍ਰੈਡ ਮਿਲਦੇ ਸੀ। ਤੇ ਜੇ ਬਿਮਾਰ ਹੋ ਗਿਆ ਤੇ ਦਵਾਈ ਵੀ ਨਹੀਂ ਮਿਲਦੀ। ਅਜੇ ਇੰਡੀਆ ਦੀਆਂ ਜੇਲ੍ਹਾਂ ਵਧੀਆ ਜੀ, ਉਹ ਜੇਲ੍ਹਾਂ ਇੰਨੀਆਂ ਮਾੜੀਆਂ ਐ। ਤੇ ਟੋਰਚਰ ਤੁਸੀਂ ਮੰਨੋ ਜੀ, ਟੋਰਚਰ ਇੰਨਾ ਕਰਦੇ ਸੀ। ਕਦੀ ਏਸੀ ਤੇਜ਼ ਕਰ ਦੇਣਾ, ਨਹਾਉਣ ਨੂੰ ਜੇ ਪਾਣੀ ਹੈ ਪਾਣੀ ਪੂਰੀ ਤੇਜ਼ ਕਰ ਦੇਣਾ ਜੀ, ਪਾਣੀ ਗਰਮ ਕਰ ਦੇਣਾ ਉਹਨਾਂ ਨੇ। ਜੇ ਗਰਮ ਜੇ ਠੰਡਾ ਕਰਨਾ ਠੰਡਾ ਹੀ ਕਰ ਦੇਣਾ ਪੂਰਾ। ਮਤਲਬ ਕਿ ਨਾ ਤੇ ਖਾਣ ਨੂੰ ਉਹਨਾਂ ਨੇ ਦੇਣਾ, ਜੇ 4 ਹਿੱਸੇ ਭੁੱਖ ਲੱਗਦੀ ਤੇ 3 ਹਿੱਸੇ ਉਹਨਾਂ ਨੇ ਦੇਣਾ ਨਹੀਂ। ਜੇ ਸਾਡਾ ਦੇਸ਼ ਦੇ ਵਿੱਚ ਕੰਮਕਾਰ ਹੋਵੇ ਤੇ ਕਿਉਂ ਲੋਕੀ ਬਾਹਰ ਭੜਕਣ। ਖਾਣ ਪੀਣ ਨੂੰ ਦੇ ਤੁਹਾਡੇ ਸਾਹਮਣੇ ਹੀ ਆ ਜੀ। ਖਾਣ ਪੀਣ ਨੂੰ ਜੇ ਤੇ ਕੋਈ ਹੈਗਾ ਕਿਸੇ ਕੋ ਆਪਣਾ ਲੈ ਗਿਆ ਤੇ ਠੀਕ ਹੈ, ਤੇ ਜੇ ਨਹੀਂ ਖੜਿਆ ਤੇ ਫਿਰ ਪੱਤੇ ਖਾ ਲਓ। ਜੰਗਲਾਂ ਦੇ ਵਿੱਚ ਹਾਲਾਤ ਦੀ ਗੱਲ ਦੱਸੀਏ ਤੇ ਜੰਗਲਾਂ ਦੇ ਹਾਲਾਤ ਤੇ ਬਹੁਤ ਮਾੜੇ ਨੇ। ਜਿਹੜਾ ਬੰਦੇ ਦੇ ਸੱਟ ਲੱਗ ਗਈ ਸਮਝ ਲਓ ਉਹ ਤੇ ਮਰ ਹੀ ਗਿਆ ਨਾ, ਉੱਥੇ ਉਹ ਬੰਦਾ ਪਾਰ ਨਹੀਂ ਜਾ ਸਕਦਾ। 1 ਮਹੀਨਾ ਮੈਂ ਭੁੱਖਾ ਭਾਣਾ ਜੰਗਲਾਂ ਦੇ ਵਿੱਚ ਭੜਕਦੇ ਅਸੀਂ ਜਦੋਂ ਪਹੁੰਚੇ। ਸਾਡਾ ਵੀ ਬਹੁਤ ਮੁੰਡਾ ਸੀ ਜਿਹੜਾ ਇਦਾਂ ਦੇ ਸੀ। ਅਸੀਂ ਭੁੱਖੇ ਭਾਣੇ 1 ਮਹੀਨਾ ਰਹੇ। ਮੈਂ ਪਹਾੜ ਤੋਂ ਡਿੱਗ ਗਿਆ, ਮੇਰਾ ਗੋਡਾ ਨਿਕਲ ਗਿਆ ਸੀ। ਮੇਰਾ ਗੋਡਾ ਨਿਕਲਣ ਤੋਂ ਬਾਅਦ ਮੈਂ ਬੜੀਆਂ ਤਸੀਆਂ ਮੁਸ਼ਕਿਲਾਂ ਦੇ ਨਾਲ ਮੇਰਾ ਗੋਡਾ ਚੜਿਆ। ਮੈਂ ਲੱਕੜ ਬੰਨ੍ਹ ਕੇ ਆਪਣੇ ਗੋਡੇ ਨਾਲ ਮੂਵ ਸੀਗੀ ਸਾਡੇ ਕੋਲ, ਮੈਂ ਲਾ ਕੇ ਮੈਂ ਜੰਗਲ ਪਾਰ ਕੀਤਾ। ਕੋਈ ਉਹ 10 ਫੁੱਟ ਲੰਮੀ ਬੇੜੀ ਹੁੰਦੀ ਹੈ ਤੇ 2 ਫੁੱਟ ਚੌੜੀ ਬੇੜੀ ਹੁੰਦੀ ਹੈ ਉਹ, ਠੀਕ ਹੈ ਜੀ। ਉਸ ਬੇੜੀ ਦੇ ਵਿੱਚ ਸਿਰਫ 10 ਬੰਦਿਆਂ ਦੀ ਜਗ੍ਹਾ ਹੈ। ਇਹ 25 ਬੰਦਿਆਂ ਨੂੰ ਬਿਠਾ ਕੇ ਉੱਤੇ ਤਰਪਾਲ ਦੇ ਦਿੰਦੇ ਨੇ। ਮੈਂ ਇਹਨਾਂ ਸਰਕਾਰਾਂ ਨੂੰ ਵੀ ਪੁੱਛਣਾ ਚਾਹੁੰਦਾ, ਜੇ ਅੰਦਰ ਪੈਸਾ ਜਾ ਰਿਹਾ ਇਹਨਾਂ ਦਾ ਤੇ ਤੁਸੀਂ ਮਤਲਬ ਕਿ 2 ਨੰਬਰ ਦੇ ਕੰਮ ਕਰਾਉਣ ਦੇ ਵਿੱਚ ਨਹੀਂ ਸਹਾਇਤਾ ਕਰਦੇ ਹੋ। ਮੀਡੀਆ ਨੂੰ ਵੀ ਮੈਂ ਹਰ ਪ੍ਰਸ਼ਾਸਨ ਨੂੰ ਇਹਨਾਂ ਦੀ ਕਰਦਾ ਇਹਨਾਂ ਦੀ ਮੰਗ ਕਿ ਇਹਨਾਂ ਤੇ ਬਣਦੀਆਂ ਕਾਰਵਾਈਆਂ ਕੀਤੀਆਂ ਜਾਣ, ਇਹਨਾਂ ਨੂੰ ਜੇਲ੍ਹਾਂ 'ਚ ਸੁੱਟਿਆ ਜਾਏ ਜਿਹੜੇ 2 ਨੰਬਰ ਦੇ ਕੰਮ ਕਰਦੇ ਨੇ। ਤੇ ਮੈਂ ਕਿਹਾ ਤੂੰ ਤੇ ਮੈਨੂੰ ਕਿਹਾ ਸੀ ਕਿ ਮੈਂ ਤੈਨੂੰ ਸਿੱਧਾ ਪਹੁੰਚਾਉਣਾ ਹੈ। ਇਹ ਕਹਿੰਦਾ ਨਹੀਂ ਇੱਥੇ ਇਦਾਂ ਹੀ ਕੰਮ ਚੱਲਦਾ, ਜਾਣਾ ਜਾ, ਨਹੀਂ ਜਾਣਾ ਤੇ ਫਿਰ ਇੱਥੇ ਸਾੜ ਮਾਰ, ਮੈਨੂੰ ਨਹੀਂ ਪਤਾ। ਫਿਰ ਮੇਰੀ ਇਹਨੇ 2 ਨੰਬਰ ਦੇ ਅਨਲੀਗਲ ਪੇਪਰ ਤਿਆਰ ਕੀਤੇ, ਜੋ ਕਿ ਮੇਰੇ ਕੋਲ ਇਸ ਟਾਈਮ ਤੇ ਸਬੂਤ ਦੇ ਮੁਤਾਬਿਕ ਮੈਂ ਆਪਣੇ ਕੋਲ ਰੱਖੇ ਨੇ। $15 ਲੱਖ ਇਹਨੂੰ ਦੇਣ ਤੋਂ ਬਾਅਦ ਫਿਰ ਇਹਨੇ ਮੇਰੇ ਘਰ ਦੇ ਤੋਂ ਮੰਗ ਕੀਤੀ ਮੈਨੂੰ 2 ਲੱਖ ਹੋਰ ਦੇ, ਮੈਂ ਫੇਰ ਤੇਰੇ ਮੁੰਡੇ ਨੂੰ ਪਹੁੰਚਾਉਣਾ ਹੈ। ਸਤਿ ਸ਼੍ਰੀ ਅਕਾਲ, ਹਮਦਰਦ ਟੀਵੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਸਵਾਗਤ ਹੈ। ਮੈਂ ਹਾਂ ਸੁਖਵਿੰਦਰ ਸਿੰਘ। ਦਰਸ਼ਕੋ, ਪੰਜਾਬ ਦੇ ਵਿੱਚੋਂ ਬਹੁਤ ਸਾਰੇ ਨੌਜਵਾਨ ਆਪਣਾ ਸੁਨਹਿਰੀ ਭਵਿੱਖ ਬਣਾਉਣ ਦੇ ਲਈ ਵਿਦੇਸ਼ਾਂ ਦਾ ਰੁਖ ਕਰਦੇ ਨੇ, ਪਰ ਕਈ ਵਾਰ ਉਹ ਇਸੇ ਸ਼ੌਂਕ ਨੂੰ ਪੂਰਾ ਕਰਨ ਦੇ ਲਈ ਜਾਂ ਆਪਣੇ ਸੁਨਹਿਰੀ ਭਵਿੱਖ ਨੂੰ ਬਣਾਉਣ ਦੇ ਚੱਕਰ ਵਿੱਚ ਕਈ ਵਾਰ ਅਜਿਹੇ ਏਜੰਟਾਂ ਦੇ ਅੜਿੱਕੇ ਚੜ ਜਾਂਦੇ ਨੇ ਵੀ ਏਜੰਟ ਇੱਕ ਤਾਂ ਉਹਨਾਂ ਨੂੰ ਮੌਤ ਦੇ ਮੂੰਹ 'ਚ ਲਿਜਾਣ ਤੋਂ ਕੋਈ ਵੀ ਸ਼ੱਕ ਨਹੀਂ ਛੱਡਦੇ ਤੇ ਦੂਸਰਾ ਉਹਨਾਂ ਤੋਂ ਲੱਖਾਂ ਰੁਪਈਆ ਠੱਗ ਵੀ ਲੈਂਦੇ ਨੇ। ਸਾਡੇ ਨਾਲ ਅੱਜ ਵੀ ਇੱਕ ਅਜਿਹਾ ਹੀ ਨੌਜਵਾਨ ਹੈ ਜਿਸ ਨੂੰ ਅਮਰੀਕਾ ਭੇਜਣ ਦੇ ਨਾਮ ਦੇ ਉੱਤੇ ਨਾ ਸਿਰਫ ਉਸ ਦੀ ਜਾਨ ਨੂੰ ਖਤਰੇ ਦੇ ਵਿੱਚ ਏਜੰਟ ਦੇ ਵੱਲੋਂ ਪਾਇਆ ਗਿਆ, ਬਲਕਿ ਨਾਲ ਦੀ ਨਾਲ ਉਸ ਤੋਂ ਲੱਖਾਂ ਰੁਪਏ ਵੀ ਠੱਗ ਲਏ ਗਏ। ਸਾਡੇ ਨਾਲ ਸਰਬਜੀਤ ਸਿੰਘ ਮੌਜੂਦ ਹੈ। ਸਰਬਜੀਤ, ਸਭ ਤੋਂ ਪਹਿਲਾਂ ਮੈਂ ਜਾਣਨਾ ਚਾਹੂੰਗਾ, ਉਮਰ ਕਿੰਨੀ ਸੀ ਜਦੋਂ ਅਮਰੀਕਾ ਦਾ ਸੁਪਨਾ ਦੇਖਿਆ ਔਰ ਜਾਣ ਦੀ ਕੋਸ਼ਿਸ਼ ਕੀਤੀ? ਮੈਂ 18 ਸਾਲ ਦਾ ਸੀ ਜਦੋਂ ਮੇਰੀ ਹਰਵੰਤ ਸਿੰਘ ਪਿੰਡ ਲਾੜਪੁਰ, ਜਿਨ੍ਹਾਂ ਨਾਲ ਮੇਰੀ ਫਾਦਰ ਸਾਹਿਬ ਦੀ ਗੱਲ ਹੋਈ। ਇਹਨਾਂ ਨੇ, ਮੇਰੇ ਫਾਦਰ ਸਾਹਿਬ ਰਿਟਾਇਰ ਹੋਏ 2016 ਦੇ ਵਿੱਚ। ਇਹਨਾਂ ਨੇ ਮੇਰੇ ਫਾਦਰ ਸਾਹਿਬ ਦੇ ਸਾਡੇ ਘਰ ਆਉਣ ਜਾਣਾ ਸ਼ੁਰੂ ਕਰ ਦਿੱਤਾ। ਮੇਰੇ ਫਾਦਰ ਸਾਹਿਬ ਦੇ ਅੱਗੇ ਪਿੱਛੇ ਘੁੰਮਣਾ ਸ਼ੁਰੂ ਕਰ ਦਿੱਤਾ ਕਿ ਤੇਰੇ ਮੁੰਡਾ +2 ਕੀਤੀ ਹੈ ਇਹਨੇ, ਚਲੋ ਮੈਂ ਤੇਰੇ ਮੁੰਡਾ ਬੇਰੁਜ਼ਗਾਰ ਹੈ, ਇਹਨੂੰ ਮੈਂ ਬਾਹਰ ਭੇਜ ਦਿੰਦਾ 1 ਨੰਬਰ 'ਚ। ਇਹਦੀ ਮੇਰੇ ਨਾਲ ਯੂਰਪ ਜਾਣ ਦੀ ਗੱਲ ਹੋਈ ਸੀ, ਜੋ ਕਿ ਇਹਨੇ ਮੈਨੂੰ ਕਿਹਾ ਸੀ ਕਿ ਮੈਂ ਤੈਨੂੰ 1 ਨੰਬਰ ਦੇ ਵਿੱਚ ਯੂਰਪ ਭੇਜਾਂਗਾ। ਪੋਲੈਂਡ ਦੀ ਗੱਲ ਹੋਈ ਸੀ ਇਹਦੇ ਨਾਲ। ਪੋਲੈਂਡ ਇਹਨੇ ਮੈਨੂੰ ਭੇਜਣ ਦੀ ਬਜਾਏ ਇਹਨੇ ਮੈਨੂੰ ਸਰਬੀਆ ਕੰਟਰੀ ਸੀ ਜੋ 2017 ਦੇ ਵਿੱਚ ਸਤੰਬਰ ਮਹੀਨੇ ਔਨ ਅਰਾਈਵਲ ਹੋਈ ਸੀ। ਇਹਨੇ ਮੇਰਾ ਪਾਸਪੋਰਟ ਅਕਤੂਬਰ ਦੇ ਵਿੱਚ ਲੈ ਲਿਆ। ਅਕਤੂਬਰ ਵਿੱਚ ਪਾਸਪੋਰਟ ਲੈਣ ਤੋਂ ਬਾਅਦ ਇਹਨੇ ਮੇਰਾ 28 ਦਸੰਬਰ ਨੂੰ ਮੇਰੀ ਫਲਾਈਟ ਕਰਵਾਈ, ਜੋ ਕਿ ਦਿੱਲੀ ਤੋਂ ਇਹਨੇ ਮੇਰੀ ਸਰਬੀਆ ਬੈਲਗ੍ਰੇਡ ਰਾਜਧਾਨੀ ਉਹਦੇ ਵਿੱਚ ਫਲਾਈਟ ਕਰਾਈ। ਉੱਥੇ ਇਹਨੇ ਮੈਨੂੰ 1 ਮਹੀਨਾ ਰੱਖਿਆ, ਦਸੰਬਰ ਜਨਵਰੀ ਉੱਥੇ ਮੈਨੂੰ ਰੱਖਿਆ। ਫਿਰ ਮੇਰੀ ਇਹਨੇ 2 ਨੰਬਰ ਦੇ ਅਨਲੀਗਲ ਪੇਪਰ ਤਿਆਰ ਕੀਤੇ, ਜੋ ਕਿ ਮੇਰੇ ਕੋਲ ਇਸ ਟਾਈਮ 'ਤੇ ਸਬੂਤ ਦੇ ਮੁਤਾਬਿਕ ਮੈਂ ਆਪਣੇ ਕੋਲ ਰੱਖੇ ਨੇ, ਜੋ ਕਿ ਮੈਂ ਸਾਰੇ ਆਪਣੇ ਨਾਲ ਲੈ ਆਇਆ ਸੀ। ਮੈਨੂੰ ਪਤਾ ਸੀ ਇਸ ਏਜੰਟਾਂ ਨੇ ਜੋ ਹੁਣ ਹੀ 2 ਲੀਗਲ ਦੇ ਕੰਮ ਕਰ ਰਿਹਾ ਤੇ ਇਹਨੇ ਬਾਅਦ 'ਚ ਕੀ ਕਰਨਾ, ਇਸ ਕਰਕੇ ਮੈਂ ਸਾਰੇ ਡਾਕੂਮੈਂਟ ਲੈ ਆਇਆ। ਮੈਂ ਇਹ ਸਾਰੇ ਡਾਕੂਮੈਂਟ ਆਪਣੇ ਕੋਲ ਸੰਭਾਲ ਕੇ ਰੱਖੇ। ਫਿਰ ਇਹਨੇ ਮੈਨੂੰ ਜਦੋਂ ਇਹਦੀ ਨਾ ਗੱਲ ਬਣੀ, ਅਨਲੀਗਲ ਡਾਕੂਮੈਂਟ ਇਹਨੇ ਬਣਾਏ। ਕਿੰਨੇ ਲੱਖ ਰੁਪਏ ਦੇ ਵਿੱਚ ਗੱਲ ਹੋਈ ਸੀਗੀ ਯੂਰਪ ਵਿੱਚ? ਇਹਦੀ ਯੂਰਪ ਦੇ ਵਿੱਚ ਸਾਡੀ 8 ਲੱਖ 'ਚ ਗੱਲ ਹੋਈ ਸੀ, ਜੋ ਕਿ ਜਦੋਂ ਮੈਂ ਸਰਬੀਆ ਪਹੁੰਚ ਗਿਆ ਇਹਨੇ ਪੈਸਿਆਂ ਦੀ ਮੰਗ ਕੀਤੀ ਤੇ ਕਹਿੰਦਾ ਕਿ ਹੁਣ ਤੁਹਾਡਾ ਮੁੰਡਾ ਪਹੁੰਚ ਹੀ ਚੁੱਕਾ ਹੈ ਤੇ ਤੁਸੀਂ ਪੈਸੇ ਦਿਓ।
ਤੇ ਮੇਰੇ ਫਾਦਰ ਸਾਹਿਬ ਨੇ ਇਹਨਾਂ ਨੂੰ 8 ਲੱਖ ਦੀ ਪੇਮੈਂਟ ਦੇ ਦਿੱਤੀ, ਜੋ ਕਿ ਕੁਛ ਚੈੱਕ ਰਾਹੀਂ ਦਿੱਤੀ, ਸੈਲਫ ਦੇ ਚੈੱਕ ਕਰਕੇ ਇਹਨਾਂ ਨੂੰ ਦਿੱਤੀ, ਤੇ ਕੁਛ ਇਹਨਾਂ ਨੂੰ ਨਗਦੀ ਦਿੱਤੇ ਪੈਸੇ, ਜਿਨ੍ਹਾਂ ਕੀ ਮੇਰੇ ਕੋਲ ਵੀਡੀਓ ਪ੍ਰੂਫ ਵੀ ਹੈਗੇ ਨੇ, ਇਹਨਾਂ ਦੀ ਰਿਕਾਰਡਿੰਗ ਮੇਰੇ ਕੋਲ ਹਰ ਇਹਦਾ ਸਬੂਤ ਹੈ ਜੀ ਇਸ ਬੰਦੇ ਦਾ। ਠੀਕ ਹੈ ਜੀ, ਇਹਨੇ ਮੇਰੇ ਨਾਲ ਧੱਕਾ ਕੀਤਾ ਸੀ, ਇਹਦਾ ਮੇਰੇ ਕੋਲ ਹਰ ਇੱਕ ਸਬੂਤ ਹੈ ਇਸ ਬੰਦੇ ਦਾ। ਤੇ ਇਹਨੇ ਫਿਰ ਮੈਨੂੰ 12 ਫਰਵਰੀ ਨੂੰ ਇੱਕ ਕੰਟਰੀ ਬੋਸਨੀਆ ਹੈ, ਜਦੋਂ ਇਹਦੀ ਗੱਲ ਨਾ ਬਣੀ, ਇਹ ਕਹਿੰਦਾ ਚਲੋ ਮੈਂ ਦੂਸਰੀ ਕੰਟਰੀ ਤੋਂ ਟਰਾਈ ਕਰਦਾ ਕਿ ਤੇਰਾ ਵੀਜ਼ਾ ਲੱਗ ਜਾਵੇ। ਤੇ ਬੋਸਨੀਆ ਕੰਟਰੀ ਤੋਂ ਮੇਰਾ ਉੱਥੇ ਵੀ ਨਾ ਗੱਲ ਬਣੀ, ਉੱਥੇ ਮੈਨੂੰ 2 ਮੈਂ ਦਿਨ ਰਿਹਾ। 15 ਫਰਵਰੀ ਨੂੰ 2018 ਨੂੰ ਮੈਂ ਇਹਨੂੰ ਕਿਹਾ ਕਿ ਮੈਂ ਇੱਥੇ ਨਹੀਂ ਰਹਿਣਾ, ਜੇ ਤੂੰ ਮੇਰੇ 2 ਨੰਬਰ ਦੇ ਕੰਮ ਕਰਾਣੇ ਤਾਂ ਮੈਨੂੰ ਇੰਡੀਆ ਭੇਜ ਦੇ। ਇਹ ਮੈਨੂੰ ਇੰਡੀਆ ਲੈ ਆਇਆ ਵਾਪਸ। ਇੰਡੀਆ ਲਿਆਉਣ ਤੋਂ ਬਾਅਦ ਮੈਂ ਆਪਣੇ ਘਰ ਪਰਿਵਾਰ ਕੋਲ ਆਇਆ। ਇਹਨੇ ਫਿਰ ਮੇਰੇ ਕੋਲ ਪਾਸਪੋਰਟ ਮੰਗਿਆ ਕਿ ਚੱਲ ਤੇਰਾ ਅੰਬੈਸੀ ਦੇ ਵਿੱਚ ਪਾਸਪੋਰਟ ਖੜਦੇ ਆ। ਮੈਂ ਕਿਹਾ ਚੱਲ ਠੀਕ ਹੈ, ਜੇ ਤੂੰ ਫਿਰ ਮੇਰਾ ਪਾਸਪੋਰਟ ਮੰਗਦਾ ਹੈ ਤੇ ਪਹਿਲਾਂ ਤਾਂ ਮੈਨੂੰ ਜਵਾਬ ਦੇ ਦਿੱਤਾ ਸੀ ਇਹ ਮੇਰੇ ਘਰ ਆਉਣਾ, ਜੇ ਨਹੀਂ ਮੇਰੇ ਕੋਲ ਪਹਿਲਾਂ ਨਹੀਂ ਗੱਲ ਬਣੀ, ਮੈਂ ਪਹਿਲਾਂ ਵੀ ਤੁਹਾਡੇ ਮੁੰਡੇ ਨੂੰ ਖੜਿਆ, ਮੈਂ ਫਿਰ ਤੁਹਾਡੇ ਮੁੰਡੇ ਨੂੰ ਖੜਦਾ। ਮੈਂ ਠੀਕ ਹੈ ਜੀ, ਜੇ ਤੂੰ ਖੜਦਾ ਮੈਂ ਤੇਰੇ ਨਾਲ ਦੇ ਨਾ ਤੈਨੂੰ ਮੈਨੂੰ ਪਾਸਪੋਰਟ ਦੇ ਦਿੱਤਾ। ਇਹਦੇ ਕੋਲ ਨਾ ਇਹਨੇ ਮੈਨੂੰ ਅੰਬੈਸੀ ਦੇ ਵਿੱਚ ਸੱਦਿਆ, ਮੈਂ ਸਿੱਧਾ ਅੰਬੈਸੀ 'ਚ ਪਾਸਪੋਰਟ ਖੜਿਆ ਇਹਦੇ ਬੰਦੇ ਕੋਲੋਂ। ਇਹਨਾਂ ਨੇ ਮੈਨੂੰ ਅੰਬੈਸੀ 'ਚ ਨਹੀਂ ਪੇਸ਼ ਕੀਤਾ। ਇਹਨਾਂ ਦਾ ਬੰਦਾ ਸੀ ਰਜਿੰਦਰ ਸਿੰਘ, ਜਿਹਨੇ ਮੇਰੇ ਕੋਲ ਪਾਸਪੋਰਟ ਲੈ ਲਿਆ। ਉਹਨਾਂ ਇੱਕ ਬੰਦਾ ਸੀ ਖਾਨ ਨਾਮ ਦਾ ਬੰਦਾ ਸੀ, ਜਿਹਨੇ ਮੇਰੇ ਕੋਲੋਂ ਪਾਸਪੋਰਟ ਲੈ ਲਿਆ। ਲੈਣ ਤੋਂ ਬਾਅਦ ਇਹਨੇ ਮੇਰੇ ਨਾਲ ਇੱਕ ਹੋਰ ਮੁੰਡਾ ਸੀ, ਜੋ ਕਿ ਇੱਥੇ ਧੋਲੇ ਖੇੜੇ ਦਾ ਮੁੰਡਾ ਸੀ, ਜਿਹੜਾ ਮੇਰੇ ਨਾਲ ਸੀ। ਉਹ ਵੀ ਇਹਨੇ ਇਸੇ ਬੰਦੇ ਨੇ ਲਾਇਆ ਸੀ, ਪਰ ਉਹ ਬੰਦਾ ਵਾਪਸ ਆ ਗਿਆ, ਨਹੀਂ ਗਿਆ, ਤੇ ਮੇਰਾ ਪਾਸਪੋਰਟ ਇਹਦੇ ਕੋਲ ਹੀਗਾ। ਉਹਨੇ ਆਪਣਾ ਪਾਸਪੋਰਟ ਲੈ ਲਿਆ ਸੀ ਮੇਰੇ ਇਹਦੇ ਕੋਲੋਂ, ਤੇ ਮੈਨੂੰ ਇਹ ਪਾਸਪੋਰਟ ਨਹੀਂ ਦਿੱਤਾ। ਇਹ ਕਹਿੰਦਾ ਤੇਰਾ ਪਾਸਪੋਰਟ ਗੁੰਮ ਹੋ ਗਿਆ। ਜਦੋਂ ਇਹਨੇ ਕਿਹਾ ਤੇਰਾ ਪਾਸਪੋਰਟ ਗੁੰਮ ਹੋ ਗਿਆ, ਮੈਂ ਆਪਣੇ ਫਾਦਰ ਸਾਹਿਬ ਨੂੰ ਕਿਹਾ ਕਿ ਇੱਦਾਂ ਕਹਿ ਰਿਹਾ। ਜਦੋਂ ਫਾਦਰ ਸਾਹਿਬ ਨੇ ਗੱਲ ਕੀਤੀ, ਇਹਨਾਂ ਦੀਆਂ ਪਾਸਪੋਰਟ ਗੁੰਮ ਦੀਆਂ ਰਿਕਾਰਡਿੰਗਾਂ ਵੀ ਮੇਰੇ ਕੋਲ, ਸਬੂਤ ਹੈਗੇ ਇਹਨਾਂ ਦੇ ਮੇਰੇ ਕੋਲ। ਇਹਨਾਂ ਨੇ ਫਿਰ ਮੇਰੇ ਫਾਦਰ ਸਾਹਿਬ ਨੇ ਜਦੋਂ ਪੈਸਿਆਂ ਦੀ ਮੰਗ ਕੀਤੀ, ਸਾਨੂੰ ਪੈਸੇ ਦੇ ਜੇ ਦੇ, ਇਹ ਕਹਿੰਦਾ ਮੈਂ ਤੇਰੇ ਮੁੰਡੇ ਦੇ ਨਾਲ ਪੈਸੇ ਦੇਣੇ ਆ, ਨਾ ਮੈਂ ਤੈਨੂੰ ਕੋਈ ਦੇਣਾ। ਪਾਸਪੋਰਟ ਮੈਂ ਤਾਂ ਬਣਾਉਣਾ ਤੇਰੇ ਮੁੰਡੇ ਦਾ ਜੇ ਤੂੰ ਤੇਰੇ ਮੁੰਡੇ ਨੂੰ ਮੈਂ ਅਮਰੀਕਾ ਭੇਜਣਾ ਹੈ। ਮੇਰੇ ਫਾਦਰ ਸਾਹਿਬ ਤੋਂ ਫਿਰ ਕਹਾਣੀ ਸ਼ੁਰੂ ਹੋਈ ਦੁਬਾਰਾ ਅਮਰੀਕਾ ਦੀ। ਜਦੋਂ ਪਹਿਲੀ ਟਰਾਈ ਮਰਾਈ, ਤੁਹਾਨੂੰ ਯੂਰਪ ਦੀ ਨਹੀਂ ਗੱਲ ਬਣੀ, ਉਦੋਂ ਤੁਸੀਂ ਮੁੜ ਕੇ ਆ ਗਏ। ਉਸ ਤੋਂ ਬਾਅਦ ਫਿਰ ਅਮਰੀਕਾ ਦੀ ਕਹਾਣੀ ਸ਼ੁਰੂ ਕਰ ਦਿੱਤੀ ਉਹਨੇ। ਇਹਨੇ ਫਿਰ ਮੇਰੀ ਅਮਰੀਕਾ ਦੀ ਕਹਾਣੀ ਸਟਾਰਟ ਕੀਤੀ। ਇਹਨੇ ਜੂਨ ਦੇ ਵਿੱਚ ਫਿਰ ਮੇਰਾ ਪਾਸਪੋਰਟ ਨਵਾਂ ਬਣਾਇਆ। 10 ਜੂਨ ਨੂੰ ਮੇਰਾ ਪਾਸਪੋਰਟ ਦੁਬਾਰਾ ਤੋਂ ਇਸ਼ੂ ਹੋਇਆ ਨਵਾਂ, ਜੋ ਕਿ ਇਹਦੀ ਕਹਿੰਦਾ ਮੇਰੀ ਅੰਦਰ ਸੈਟਿੰਗ ਹੈ, ਤੇਰਾ ਜਲਦੀ ਪਾਸਪੋਰਟ ਬਣ ਜਾਏਗਾ। ਹੁਣ ਜੇ ਇਹੀ ਸੈਟਿੰਗਾਂ ਇਹਨਾਂ ਦੀਆਂ ਸਰਕਾਰਾਂ ਦੇ ਨਾਲ ਹੋਣ ਲੱਗ ਪਈਆਂ, ਇਹ ਰਿਪੋਰਟਾਂ ਨੇ ਸੈਟਿੰਗਾਂ, ਤੇ ਫਿਰ ਸਰਕਾਰਾਂ ਮਤਲਬ ਕਿ ਇਹ ਝੂਠੀਆਂ ਸਰਕਾਰਾਂ ਨੇ, ਵਿਕੀਆਂ ਸਰਕਾਰਾਂ ਨੇ ਜੋ ਸੈਟਿੰਗ ਕਰਦੀਆਂ ਇੰਨੀਆਂ। ਮੈਂ ਇਹਨਾਂ ਸਰਕਾਰਾਂ ਨੂੰ ਵੀ ਪੁੱਛਣਾ ਚਾਹੁੰਦਾ, ਜੇ ਅੰਦਰ ਪੈਸਾ ਜਾ ਰਿਹਾ ਇਹਨਾਂ ਦਾ, ਤੇ ਤੁਸੀਂ ਮਤਲਬ ਕਿ 2 ਨੰਬਰ ਦੇ ਕੰਮ ਕਰਾਉਣ ਦੇ ਵਿੱਚ ਇਹਨਾਂ ਦੀ ਸਹਾਇਤਾ ਕਰਦੇ ਹੋ, ਮਤਲਬ ਕਿ ਸਾਰੇ ਰਲੇ ਨੇ ਇਹਨਾਂ ਨਾਲ। ਇਸ ਕਰਕੇ ਮੈਂ ਮੀਡੀਆ ਨੂੰ ਵੀ, ਮੈਂ ਹਰ ਪ੍ਰਸ਼ਾਸਨ ਨੂੰ ਇਹਨਾਂ ਦੀ ਕਰਦਾ, ਇਹਨਾਂ ਦੀ ਮੰਗ ਕਿ ਇਹਨਾਂ ਤੇ ਬਣਦੀਆਂ ਕਾਰਵਾਈਆਂ ਕੀਤੀਆਂ ਜਾਣ, ਇਹਨਾਂ ਨੂੰ ਜੇਲ੍ਹਾਂ 'ਚ ਸੁੱਟਿਆ ਜਾਏ। ਜਿਹੜੇ 2 ਨੰਬਰ ਦੇ ਕੰਮ ਕਰਦੇ ਨੇ, ਇਹਨਾਂ ਤੇ ਪੂਰੀਆਂ ਕਾਰਵਾਈਆਂ ਕੀਤੀਆਂ ਜਾਣ। ਅੱਛਾ, ਅਮਰੀਕਾ ਵਾਲੀ ਦੱਸੋ, ਉਹ ਫਿਰ ਕਿਵੇਂ ਇੱਥੋਂ ਤੁਹਾਨੂੰ ਖੜਿਆ, ਕਿੱਥੇ ਪਹੁੰਚਾਇਆ, ਕਿਵੇਂ ਉਹ ਸੀਗਾ? ਇਹਨੇ ਮੈਨੂੰ ਪਹਿਲਾਂ ਤੇ ਮੇਰੀਆਂ ਫਲੈਟਾਂ ਇਹ 2 ਨੰਬਰ ਦੀਆਂ ਬਣਾਉਂਦਾ ਰਿਹਾ, ਜੈਲੀ, ਜੋ ਕਿ ਆ ਮੇਰੇ ਕੋਲ ਹੈਗੀਆਂ। ਇਹਨੇ ਜੈਲੀ ਫਲੈਟਾਂ ਬਣਾਈਆਂ, ਕਦੀ ਜੁਲਾਈ ਦੀਆਂ। ਆਖਿਰ ਤੇ ਆਣ ਕੇ ਇਹਨੇ ਮੇਰੀ 29 ਅਗਸਤ 2018 ਨੂੰ ਇਹਨੇ ਮੈਨੂੰ ਇੱਥੋਂ ਰਵਾਨਾ ਕਰ ਦਿੱਤਾ ਦਿੱਲੀ 에ਅਰਪੋਰਟ ਤੋਂ, ਮੈਨੂੰ ਕੁਵਿਟੋ ਦੇ ਲਈ। ਇੱਕ ਕੁਵਿਟੋ ਰਾਜਧਾਨੀ ਹੈ, ਇੱਕ ਇਕਵਾਡੋਰ ਕੰਟਰੀ ਹੈ, ਕੁਵਿਟੋ ਦੀ ਰਾਜਧਾਨੀ ਹੈ, ਜਿੱਥੇ ਲਈ ਇਹਨੇ ਮੈਨੂੰ ਭੇਜਿਆ। ਉੱਥੇ ਜਦੋਂ ਅਸੀਂ ਪਹੁੰਚੇ, ਸਾਡਾ ਵਿਦਆਊਟ ਵੀਜ਼ਾ ਸੀ, ਉੱਥੇ ਉਹ ਵੀ ਆਨ ਅਰਾਈਵਲ ਹੈ, ਪਰ ਉਹ ਐਂਟਰੀ ਨਹੀਂ ਦਿੱਤੀ ਉਹਨਾਂ ਨੇ ਸਾਨੂੰ 3 ਦਿਨ ਜੇਲ੍ਹ 'ਚ ਰੱਖਿਆ। 3 ਦਿਨ ਜੇਲ੍ਹ ਰੱਖਣ ਤੋਂ ਬਾਅਦ ਸਾਨੂੰ ਡਿਪੋਰਟ ਕਰ ਦਿੱਤਾ। ਜਦੋਂ ਡਿਪੋਰਟ ਕੀਤਾ ਤੇ ਮੈਂ ਇਹਨੂੰ ਕਿਹਾ ਵੀ ਮੈਨੂੰ ਡਿਪੋਰਟ ਕਰਤਾ, ਫਿਰ ਹੁਣ ਮੈਂ ਕੀ ਕਰਾਂ? ਇਹ ਕਹਿੰਦਾ ਕਿ ਤੂੰ ਬ੍ਰਾਜ਼ੀਲ ਜ਼ਿਲ੍ਹੇ ਉਤਰਨਾ, ਮੈਨੂੰ ਦੱਸ ਦੀ। ਮੈਂ ਬ੍ਰਾਜ਼ੀਲ ਉਤਰਿਆ। ਇਹਨੇ ਮੈਨੂੰ ਫੋਨ ਕੀਤਾ ਕਿ ਕਿੱਥੇ ਹੈ, ਮੈਂ ਦੱਸਤਾ ਇਹਨੂੰ ਬ੍ਰਾਜ਼ੀਲ ਹੈ। ਇਹਨੇ ਬਾਹਰੋਂ ਬੰਦਾ ਸੈਟਿੰਗ, ਜੋ ਵੀ ਇਹਨਾਂ ਦੀ ਸੈਟਿੰਗ ਸੀਗੀ, ਇਹਨਾਂ ਨੇ ਮੈਨੂੰ ਫਿਰ ਬਾਹਰ ਕਢਾ ਲਿਆ ਬ੍ਰਾਜ਼ੀਲ 'ਚੋਂ। ਉੱਥੋਂ ਇਹਨਾਂ ਨੇ ਡੋਂਕੀ ਸਟਾਰਟ ਕਰਤੀ। ਕਹਿੰਦੇ ਮੈਂ ਕਿਹਾ ਤੂੰ ਤੇ ਮੈਨੂੰ ਕਿਹਾ ਸੀ ਕਿ ਮੈਂ ਤੈਨੂੰ ਸਿੱਧਾ ਪਹੁੰਚਾਉਣਾ ਹੈ। ਇਹ ਕਹਿੰਦਾ ਨਹੀਂ ਇੱਥੇ ਇਦਾਂ ਹੀ ਕੰਮ ਚੱਲਦਾ, ਜਾਣਾ ਜਾ, ਨਹੀਂ ਜਾਣਾ ਤੇ ਫਿਰ ਇੱਥੇ ਸਾੜ ਮਾਰ, ਮੈਨੂੰ ਨਹੀਂ ਪਤਾ। ਫਿਰ ਮੈਂ ਆਪਣੀ ਜਾਨ ਬਚਾਉਣ ਦੇ ਲਈ ਮੈਨੂੰ ਜਾਣਾ ਪੈਣਾ ਸੀ। ਮੈਂ ਤੁਰ ਪਿਆ, ਡੋਂਕੀ ਦੇ ਵਿੱਚ ਤੁਰ ਪਿਆ। ਅਸੀਂ ਆਏ ਫਿਰ ਬ੍ਰਾਜ਼ੀਲ ਤੋਂ ਡੋਂਕੀ ਸ਼ੁਰੂ ਹੋਈ? ਹਾਂਜੀ, ਬ੍ਰਾਜ਼ੀਲ ਤੋਂ ਅਸੀਂ ਪੈਰੂ ਕੰਟਰੀ ਹੈ, ਉੱਥੇ ਗਏ। ਉੱਥੋਂ ਕਿਵੇਂ ਗਏ? ਉਹ ਕਿਵੇਂ ਟਰੈਵਲ ਕੀਤਾ ਉੱਥੇ? ਕੁਛ ਰਸਤਾ ਪੈਦਲ, ਕੁਛ ਜੰਗਲਾਂ ਦਾ, ਕੁਛ ਗੱਡੀਆਂ ਦੇ ਵਿੱਚ, ਕੁਛ ਸਾਨੂੰ ਪੈਦਲ ਜਾਣਾ ਪੈਂਦਾ ਸੀ। ਭੁੱਖੇ ਭਾਣੇ ਤੁਰਦੇ ਹੀ ਅਸੀਂ ਜੰਗਲਾਂ ਦੇ ਵਿੱਚ। ਫਿਰ ਅੱਗੇ ਆਣ ਕੇ ਇਹਨਾਂ ਨੇ ਬਾਰਡਰ ਜਿਹੜੇ ਕ੍ਰੋਸ ਕਰਾਉਂਦੇ ਸੀ, ਇਹ ਚੋਰੀ ਕਰਾਉਂਦੇ ਸੀ। ਉੱਥੇ ਵੀ ਜੇ ਕੋਈ ਪੁਲਿਸ ਫੜ ਲੈਂਦੀ ਸੀ, $20 ਦੇ ਕੇ ਸਾਨੂੰ ਛੱਡ ਦਿੰਦੇ। ਜਿੱਦਾਂ ਸਮਗਲਿੰਗ, ਜਿੱਦਾਂ ਸਾਡੇ ਦੇਸ਼ 'ਚ ਸਮਗਲਿੰਗ ਲੋਕੀ ਕਰਦੇ ਨੇ, ਉੱਦਾਂ ਹੀ ਸਾਨੂੰ ਮਨੁੱਖੀ ਤਸਕਰੀ ਹੁੰਦੀ ਹੈ। ਇੱਕ ਕੰਟਰੀ ਤੋਂ ਦੂਜੀ ਕੰਟਰੀ ਬੰਦਾ ਲੈਂਦੇ ਆ, ਫਿਰ ਅੱਗੇ ਛੱਡ ਦਿੰਦੇ। ਹਾਂਜੀ, ਜਿੱਦਾਂ ਸਪਲਾਈ ਸਮਝ ਲਓ, ਜਿੱਦਾਂ ਇੱਕ ਹਿਸਾਬ ਨਾਲ ਅਨਲੀਗਲ ਕੰਮ ਨਾਲ ਸਾਨੂੰ ਇੱਕ ਤੋਂ ਦੂਜੀ ਜਗ੍ਹਾ 'ਤੇ ਪਹੁੰਚਾਉਂਦੇ ਸੀ। ਉੱਥੇ ਬੰਦੇ ਹੁੰਦੇ ਸੀ, ਇਹਨਾਂ ਦੇ ਫੋਟੋ ਦਿਖਾਉਂਦੇ ਸੀ, ਬਸ ਫੋਟੋ ਦਿਖਾਉਂਦੇ ਸਾਨੂੰ ਲੈ ਜਾਂਦੇ ਸੀ। ਨਾ ਸਾਨੂੰ ਉਹਨਾਂ ਦੀ ਭਾਸ਼ਾ ਪਤਾ ਸੀ, ਨਾ ਕੁਛ। ਅਤੇ ਇਹ ਸਾਨੂੰ ਫਿਰ ਲੈ ਗਿਆ। ਅਸੀਂ ਫਿਰ ਪੈਰੂ ਕੰਟਰੀ ਤੋਂ ਬਾਅਦ ਇਕਵਾਡੋਰ ਕੰਟਰੀ ਗਏ। ਉੱਥੇ ਵੀ ਪੈਦਲ, ਕਦੀ ਬੱਸਾਂ 'ਚ। ਫਿਰ ਕੰਟਰੀ ਕੋਲੰਬੀਆ ਆਉਂਦੀ ਹੈ, ਜਿੱਥੋਂ ਕਿ ਇਹਨਾਂ ਦੀ ਇੱਕ ਹੱਬ ਹੈ ਟਰਬੋ, ਜਿੱਥੇ ਸਾਰੇ ਮੁੰਡਿਆਂ ਨੂੰ ਇਕੱਠਾ ਕਰਦੇ ਨੇ। ਜਿੰਨੇ ਪੰਜਾਬ ਤੋਂ ਡੋਂਕੀ ਲਾ ਕੇ ਜਾਂਦੇ, ਉਹਨਾਂ ਨੂੰ ਸਾਰਿਆਂ ਨੂੰ ਟਰਬੋ ਇਕੱਠਾ ਕੀਤਾ ਜਾਂਦਾ ਪਹਿਲਾਂ। ਹਾਂਜੀ, ਟਰਬੋ ਇਕੱਠਾ ਕਰਕੇ ਉੱਥੋਂ ਸਮੁੰਦਰ ਦਾ ਰਸਤਾ ਹੈ, 6 ਘੰਟੇ ਦੀ ਸ਼ਿਪ ਚੱਲਦੀ ਹੈ। ਉਹ 6 ਘੰਟੇ ਮੌਤ ਦਾ ਰਸਤਾ ਹੈ। 10 ਬੰਦੇ ਉਹਦੇ ਵਿੱਚ ਬਹਿਣੇ ਵਾਲੇ ਹੁੰਦੇ ਆ ਤੇ 25 ਬੰਦੇ ਬਿਠਾ ਜਾਂਦੇ ਆ। ਉਹ ਮੌਤ ਦਾ ਰਸਤਾ ਜੀ ਪੂਰਾ। ਉਹਦੇ ਵਿੱਚ ਐਨ ਬੰਦਾ ਮੰਨ ਜਾਂਦਾ ਕਿ ਹਾਂ ਵੀ ਮੌਤ ਆਈ ਹੈ।
ਸਮੁੰਦਰ ਦੀਆਂ ਲਹਿਰਾਂ 20-25 ਫੁੱਟ ਲਹਿਰਾਂ ਜਾਂਦੀਆਂ ਹੈ। ਸਾਡਾ ਮਤਲਬ ਕਿ ਪੂਰਾ ਉੱਥੇ ਹੀ ਸਾਨੂੰ ਮਹਿਸੂਸ ਹੁੰਦਾ ਕਿ ਅਸੀਂ ਗਲਤ ਬੰਦਿਆਂ ਦੇ ਹੱਥ ਫਸ ਗਏ ਹਾਂ। ਫਿਰ ਉੱਥੋਂ ਸਾਨੂੰ ਜੰਗਲ ਸਟਾਰਟ ਹੋ ਜਾਂਦਾ ਹੈ। ਇਹ ਸਾਨੂੰ ਸਮੁੰਦਰ ਦੀ ਕਿਸ਼ਤੀ ਕਿਨਾਰੇ 'ਤੇ ਵੀ ਨਹੀਂ ਲਾਉਂਦੇ ਅਤੇ ਸਮੁੰਦਰ ਦੇ ਜੰਗਲ ਦੇ ਵਿੱਚ ਹੀ ਸਾਈਡ 'ਤੇ ਹੀ ਤਾਰ ਦਿੰਦੇ, ਜੋ ਕਿ ਮੁੰਡਿਆਂ ਨੂੰ ਤੈਰ ਕੇ ਜੰਗਲ ਦੇ ਵਿੱਚ ਵੜਨਾ ਪੈਂਦਾ ਹੈ। ਅੱਗੇ ਇਹਨਾਂ ਦੇ ਬੰਦੇ ਹੁੰਦੇ ਆ, ਫਿਰ ਜੰਗਲ ਸਟਾਰਟ ਹੋਏ। ਮੇਰੀ ਤਾਂ ਖੁਦ ਦੀ ਕਹਾਣੀ ਹੈ। ਮੈਂ ਪਹਾੜ ਤੋਂ ਡਿੱਗ ਗਿਆ, ਮੇਰਾ ਗੋਡਾ ਨਿਕਲ ਗਿਆ ਸੀ ਜੀ। ਮੇਰਾ ਗੋਡਾ ਨਿਕਲਣ ਤੋਂ ਬਾਅਦ ਮੈਂ ਬੜੀਆਂ ਤਸੀਆਂ ਮੁਸ਼ਕਿਲਾਂ ਦੇ ਨਾਲ ਮੇਰਾ ਗੋਡਾ ਚੜਿਆ। ਮੈਂ ਲੱਕੜ ਬੰਨ੍ਹ ਕੇ ਆਪਣੇ ਗੋਡੇ ਨਾਲ ਮੂਵ ਸੀਗੀ ਸਾਡੇ ਕੋਲ, ਮੈਂ ਲਾ ਕੇ ਮੈਂ ਜੰਗਲ ਪਾਰ ਕੀਤਾ। 1 ਮਹੀਨਾ ਮੈਂ ਭੁੱਖਾ ਭਾਣਾ ਜੰਗਲਾਂ ਦੇ ਵਿੱਚ ਭੜਕਦੇ ਅਸੀਂ ਜਦੋਂ ਪਹੁੰਚੇ। ਸਾਡੇ ਨਾਲ ਵੀ ਬਹੁਤ ਮੁੰਡਾ ਸੀ ਜਿਹੜਾ ਇੱਦਾਂ ਦੇ ਸੀ। ਅਸੀਂ ਭੁੱਖੇ ਭਾਣੇ 1 ਮਹੀਨਾ ਰਹੇ। ਫਿਰ ਅਸੀਂ ਪਨਾਮਾ ਜੰਗਲ ਪਾਰ ਕੀਤਾ। ਜੰਗਲ ਪਾਰ ਕਰਨ ਤੋਂ ਬਾਅਦ ਫਿਰ ਇਹਨਾਂ ਦੀ ਕੰਟਰੀ ਆਉਂਦੀ ਹੈ। ਉੱਥੇ ਕਿੱਦਾਂ ਦੇ ਹਾਲਾਤ ਹੁੰਦੇ ਜੰਗਲ ਦੇ ਵਿੱਚ ਜਦੋਂ ਜਾਂਦੇ ਆ ਤੁਸੀਂ? ਪਹਿਲਾਂ ਉਹ ਬੇੜੀ ਕਿੱਡੀ ਕੁ ਬੇੜੀ ਹੁੰਦੀ ਹੈ ਜਿਹਦੇ ਵਿੱਚ ਤੁਸੀਂ ਕਹਿੰਦੇ 10 ਬੰਦੇ ਬਿਠਾ ਸਕਦੇ ਆ, ਪਰ ਉਹ 25 ਬੰਦੇ ਆ ਉਹਦੇ ਵਿੱਚ ਬਿਠਾ, ਕਿੱਡੀ ਕੁ ਬੇੜੀ ਹੁੰਦੀ? ਕੀ ਹਾਲਤ ਹੁੰਦੀ ਉਸ ਬੇੜੀ ਦੀ? ਦੇਖੋ ਜੀ, ਉਹ 10 ਫੁੱਟ ਲੰਮੀ ਬੇੜੀ ਹੁੰਦੀ ਹੈ ਅਤੇ 2 ਫੁੱਟ ਚੌੜੀ ਬੇੜੀ ਹੁੰਦੀ ਹੈ ਉਹ। ਠੀਕ ਹੈ ਜੀ। ਉਸ ਬੇੜੀ ਦੇ ਵਿੱਚ ਸਿਰਫ 10 ਬੰਦਿਆਂ ਦੀ ਜਗ੍ਹਾ ਹੈ। ਇਹ 25 ਬੰਦਿਆਂ ਨੂੰ ਬਿਠਾ ਕੇ ਉੱਤੇ ਤਰਪਾਲ ਦੇ ਦਿੰਦੇ ਨੇ। ਤਰਪਾਲ ਦੇ ਕੇ ਪਾਰ ਕਰਾਉਂਦੇ ਨੇ ਕਿ ਜਿਹੜਾ ਕਿਸੇ ਨੂੰ ਪਤਾ ਲੱਗੇ, ਜੇ ਕੋਈ ਪੁਲਿਸ ਵਾਲਾ ਦੇਖੇ ਤਾਂ ਕਹੇ ਕਿ ਇਹ ਮੱਛੀਆਂ ਫੜ ਕੇ ਆਏ ਹੈ। ਇਸ ਕਰਕੇ ਜਿੱਦਾਂ ਸਾਡੇ ਦੇਸ਼ਾਂ ਦੇ ਵਿੱਚ 2 ਨੰਬਰ ਦੇ ਲੋਕੀ ਕੰਮ ਕਰਦੇ ਨੇ, ਜਿੱਦਾਂ ਸਾਡੇ ਦੇਸ਼ਾਂ ਸਾਨੂੰ ਏਜੰਟ ਚੜਾਈ ਜਾਂਦੇ ਨੇ, ਇੱਦਾਂ ਹੀ ਉਹ ਲੋਕ ਕੰਮ ਕਰਦੇ ਨੇ, ਸਾਨੂੰ ਸਮਗਲਿੰਗ ਵੇਚਦੇ ਨੇ। ਜੰਗਲਾਂ ਦੇ ਵਿੱਚ ਹਾਲਾਤ ਦੀ ਗੱਲ ਦੱਸੀਏ ਤਾਂ ਜੰਗਲਾਂ ਦੇ ਹਾਲਾਤ ਤੇ ਬਹੁਤ ਮਾੜੇ ਨੇ। ਜਿਹੜਾ ਬੰਦੇ ਦੇ ਸੱਟ ਲੱਗ ਗਈ ਸਮਝ ਲਓ ਉਹ ਤੇ ਮਰ ਹੀ ਗਿਆ ਨਾ, ਉੱਥੇ ਉਹ ਬੰਦਾ ਪਾਰ ਨਹੀਂ ਜਾ ਸਕਦਾ। ਕੁਛ ਤੇ ਬੰਦਾ ਸਾਡੇ ਨਾਲ ਇੱਦਾਂ ਹੀ ਕਿ ਸਾਡੇ ਨਾਲ ਪਿਓ ਪੁੱਤ ਗਏ, ਪੁੱਤ ਦੇ ਪਿਓ ਦੇ ਸੱਟਾਂ ਲੱਗ ਗਈਆਂ ਅਤੇ ਪੁੱਤ ਦੇ ਲਾਗੋਂ ਚਲ ਗਿਆ। ਇਹੋ ਜਿਹੇ ਹਾਲਾਤ ਹੈ ਇੱਕ ਅਮਰੀਕਾ ਜਾਣ ਦੇ ਸੁਪਨੇ ਦੇ ਵਿੱਚ। ਜੇ ਸਾਡਾ ਦੇਸ਼ ਦੇ ਵਿੱਚ ਕੰਮਕਾਰ ਹੋਵੇ ਤਾਂ ਕਿਉਂ ਲੋਕੀ ਬਾਹਰ ਭੜਕਣ? ਜੇ ਸਾਡੇ ਇੱਥੇ ਦੇਸ਼ ਦਾ ਸਿਸਟਮ ਸਹੀ ਹੋਵੇ, ਇਹ ਸਿਸਟਮ ਨੂੰ ਸਹੀ ਕਰਨ ਦੇ ਲਈ ਕਰਨਾ ਚਾਹੀਦਾ ਹੈ। ਕਿਉਂਕਿ ਜਿਹੜੇ ਲੋਕੀ ਬਾਹਰ ਜਾਂਦੇ ਨਾ ਜਾਣ, ਇਹ ਧੱਕੇ ਨਾ ਲੱਗਣ ਇਹਨਾਂ ਏਜੰਟਾਂ ਦੇ। ਜਿਹੜੇ ਏਜੰਟ ਏਅਰਪੋਰਟਾਂ ਦੇ ਸੈਟਿੰਗਾਂ ਕਰ ਲੈਂਦੇ ਨੇ, ਪੈਸੇ ਦੇ ਕੇ ਸਾਨੂੰ ਵੱਖੋ ਵੱਖਰੇ ਰਸਤਿਆਂ 'ਤੇ ਭੇਜਦੇ ਨੇ। ਫਿਰ ਉਹ ਜਦੋਂ ਤੁਸੀਂ ਸਮੁੰਦਰ ਪਾਰ ਕਰ ਲਿਆ, ਇਹ ਬੇੜੀ ਦਾ ਵਾਲਾ, ਇਹ ਪਨਾਮਾ ਪਹੁੰਚ ਗਏ ਫਿਰ ਤੁਸੀਂ ਜਾਂ ਪਨਾਮਾ ਤੋਂ ਤੁਰੇ ਸੀਗੇ? ਅਸੀਂ ਜਦੋਂ ਸਮੁੰਦਰ ਪਾਰ ਕਰਕੇ ਪਨਾਮਾ ਜੰਗਲ ਦੇ ਵਿੱਚ ਵੜਦੇ ਨੇ, ਜੋ ਕਪੂਰਗਣਾ ਤੋਂ ਜੰਗਲ ਸਟਾਰਟ ਹੁੰਦਾ ਹੈ ਅਤੇ ਪਨਾਮਾ ਸਿਟੀ ਤੱਕ ਚੱਲਦਾ ਹੈ। ਉਹ ਜੰਗਲ ਦੇ ਵਿੱਚ 10 ਦਿਨ ਵੀ ਲੱਗਦੇ ਨੇ, ਮਹੀਨੇ ਵੀ ਲੱਗ ਜਾਂਦੇ ਨੇ, 6 ਮਹੀਨੇ ਵੀ ਲੱਗ ਜਾਂਦੇ। ਇਹ ਤਾਂ ਹੁਣ ਆਪਣੇ 'ਤੇ ਜਿੰਨਾ ਤੁਰੋਗੇ। ਫਿਰ ਖਾਣ ਪੀਣ ਨੂੰ ਕੀ ਇੰਤਜ਼ਾਮ ਹੁੰਦਾ ਉਹਦੇ ਵਿੱਚ ਤੁਹਾਡੇ ਕੋਲ? ਸੁਰੱਖਿਆ ਕੀ ਹੁੰਦੀ ਆ ਉੱਥੇ? ਖਾਣ ਪੀਣ ਨੂੰ ਦੇ ਤੁਹਾਡੇ ਸਾਹਮਣੇ ਹੀ ਆ ਜੀ। ਖਾਣ ਪੀਣ ਨੂੰ ਜੇ ਤੇ ਕੋਈ ਹੈਗਾ ਕਿਸੇ ਕੋ ਆਪਣਾ ਲੈ ਗਿਆ ਤਾਂ ਠੀਕ ਹੈ, ਅਤੇ ਜੇ ਨਹੀਂ ਖੜਿਆ ਤਾਂ ਫਿਰ ਪੱਤੇ ਖਾ ਲਓ। ਫਿਰ ਪਾਣੀ ਜੇ ਨਦੀ ਦਾ ਹੁੰਦਾ ਉਹ ਪੀ ਲਓ, ਗੰਦਾ ਗੁੰਦਾ ਚੱਲ ਜਾਓ। ਫਿਰ ਇੱਦਾਂ ਹੀ ਹੈ, ਨਹੀਂ ਤਾਂ ਭੁੱਖੇ ਭਾਣੇ ਲੋਕੀ ਤੁਰੇ ਰਹਿੰਦੇ ਆ। ਫਿਰ ਜਾਣਾ ਪੈਂਦਾ, ਕੀ ਕਰਨਾ, ਮੌਤ ਜੰਗਲ 'ਚ ਤਾਂ ਰਹਿ ਨਹੀਂ ਸਕਦੇ। ਜੰਗਲ 'ਚ ਕੁਛ ਖਾਣ ਨੂੰ ਹੈ ਨਹੀਂ ਹੈ। ਸੱਪ ਕੀੜੇ ਉੱਥੇ ਜਾਨਵਰ ਵੀ ਹੁੰਦੇ ਆ ਜੰਗਲ ਦੇ ਵਿੱਚ? ਇਹ ਤੇ ਵਾਧੂ ਜੀ। ਜੰਗਲਾਂ ਦੇ ਵਿੱਚ ਗੋਡੇ ਗੋਡੇ ਤੇ ਚਿੱਕੜ ਹੁੰਦਾ ਹੈ, ਜਿਹਦੇ ਵਿੱਚ ਮੁੰਡੇ ਸੌਂਦੇ ਨੇ। ਮਿੱਟੀ ਨਾਲ ਲਿਬੜੇ ਹੁੰਦੇ, ਬੈਣ ਮਿੱਟੀ ਲਿਬੜੇ ਹੁੰਦੇ ਆ। ਕੋਈ ਨਹਾਉਣ ਦਾ ਨਹੀਂ, ਕੋਈ ਜੇ ਨਹੀਂ, ਕੁਛ ਨਹੀਂ। ਫਿਰ ਜਿਹੜੇ ਲਾਸਟ 'ਤੇ ਆਣ ਕੇ ਨਦੀ ਪਾਰ ਕਰਦੇ ਆ, ਉਹ ਨਦੀ ਹੈਗੀ ਆ 10-12 ਦਿਨ ਦੀ, ਉਹਦੇ ਕੰਢੇ ਤੁਰਦੇ ਆ ਮੁੰਡੇ। ਤੁਰ ਕੇ ਜਦੋਂ ਪਹੁੰਚਦੇ ਆ, ਫਿਰ ਅੱਗੇ ਸਾਨੂੰ ਆਰਮੀ ਹੁੰਦੀ ਹੈ ਪਨਾਮਾ ਦੀ, ਉਹ ਅਰੈਸਟ ਕਰ ਲੈਂਦੀ ਆ। ਉਹ ਵੀ ਅੱਗੇ ਇੱਦਾਂ ਹੀ ਕੰਟਰੀ ਰੋਡ ਦੇ ਕੇ ਭੇਜ ਦਿੰਦੇ ਨੇ। ਫਿਰ ਅੱਗੇ ਏਜੰਟਾਂ ਦੇ ਬੰਦੇ ਹੁੰਦੇ ਨੇ। ਫਿਰ ਇਹ ਕੰਟਰੀ ਆਉਂਦੀ ਨਿਕਾਰਾਗੁਆ, ਹੋਂਡਰਸ। ਉਸ ਤੋਂ ਬਾਅਦ ਗੁਆਟੇਮਾਲਾ ਕੰਟਰੀ ਆਉਂਦੀ ਹੈ, ਜਿੱਥੇ ਇਹਨਾਂ ਦੀ ਪੇਮੈਂਟ ਹੁੰਦੀ ਹੈ। ਅੱਛਾ, ਜਿੰਨੇ ਇਹ ਨੌਕਰ ਅੱਗੇ ਲਿਜਾਂਦੇ ਨੇ ਬੰਦੇ, ਜਾਂ ਪੰਜਾਬ ਤੋਂ ਜਿਹੜੇ ਬੰਦੇ ਲਿਜਾਏ ਜਾਂਦੇ ਨੇ ਮੁੰਡੇ, ਉਹਨਾਂ ਦਾ ਪਹਿਲਾਂ ਗੁਆਟਾਮਾਲਾ ਟਰਬੋ ਦੇ ਵਿੱਚ ਉਹਨਾਂ ਨੂੰ ਇਕੱਠੇ ਕੀਤਾ ਜਾਂਦਾ। ਫਿਰ ਉਹ ਤੋਂ ਜੰਗਲ ਦਾ ਰਸਤਾ, ਸਮੁੰਦਰ ਦਾ ਰਸਤਾ ਲੰਘਾ ਕੇ ਫਿਰ ਅੱਗੇ ਜਾ ਕੇ ਜਿਹੜੀ ਤੁਸੀਂ ਹੁਣ ਗੱਲ ਕਰ ਰਹੇ ਹੋ ਗੁਆਟਾਮਾਲਾ, ਉੱਥੇ ਜਾ ਕੇ ਪੇਮੈਂਟ ਹੁੰਦੀ? ਹਾਂਜੀ, ਉੱਥੇ ਜਾ ਕੇ ਇਹਨਾਂ ਦੀ ਸਾਰੀ ਪੇਮੈਂਟ ਹੁੰਦੀ ਹੈ। ਉੱਥੇ ਇਹਨਾਂ ਨੇ ਆਪਣੇ ਬੰਦੇ ਬਿਠਾਏ ਹੈ। ਉੱਥੇ ਇਹਨਾਂ ਨੇ ਮੁੰਡਿਆਂ ਨੂੰ ਜੇਲ੍ਹਾਂ ਰੱਖੀਆਂ, ਇਹਨਾਂ ਨੇ ਆਪਣੀਆਂ ਜੇਲ੍ਹਾਂ ਬਣਾਈਆਂ, ਆਪਣੀਆਂ ਪਰਸਨਲ ਨੌਕਰਾਂ ਦੇ ਵੱਲੋਂ ਜੀ। ਇਹਨਾਂ ਨੇ ਪਰਸਨਲ ਏਜੰਟਾਂ ਦੀਆਂ ਆਪਣੀਆਂ ਜੇਲ੍ਹਾਂ ਬਣਾਈਆਂ ਹੈ, ਜਿੱਥੇ ਇਹ ਉੱਥੇ ਮੁੰਡਿਆਂ ਨੂੰ ਐਨ ਜੇ ਪੈਸੇ ਨਾ ਦੇਣ ਤਾਂ ਮੁੰਡਿਆਂ ਨੂੰ ਤੰਗ ਕੀਤਾ ਜਾਂਦਾ ਹੈ। ਉਹਨਾਂ ਨੂੰ ਬਹੁਤ ਦਸੀਏ ਦਿੱਤੇ ਜਾਂਦੇ ਨੇ। ਇੱਕ ਕਮਰੇ ਦੇ ਵਿੱਚ ਰੋਟੀ ਆ, ਉੱਥੇ ਹੀ ਖਾਣਾ ਪੀਣਾ, ਉੱਥੇ ਹੀ ਲੈਟਰਿੰਗ ਬਾਥਰੂਮ। ਤੁਸੀਂ ਦੇਖ ਲਓ, ਨਹਾਉਣ ਨੂੰ ਵੀ ਪਾਣੀ ਦਿੰਦੇ। ਇੰਨੀ ਉੱਥੇ ਜੇਲ੍ਹ ਇਹਨਾਂ ਨੇ ਤਾਂ ਇੰਡੀਆ ਜੇਲ੍ਹਾਂ ਨੂੰ ਵੀ ਇੰਨਾ ਗੰਦੀਆਂ ਜੇਲ੍ਹਾਂ ਬਣਾਈਆਂ ਉੱਥੇ ਕਿ ਇੰਨਾ ਤੰਗ ਕੀਤਾ ਜਾਂਦਾ। ਪੰਜਾਬੀਆਂ ਦੀ ਪੂਰੀ ਸੈਟਿੰਗ ਹੁੰਦੀ ਹੈ? ਜਿਹੜੇ ਏਜੰਟ ਨੇ ਇੱਥੇ ਇਹ ਗੱਲਬਾਤ ਕਰਦੇ ਉਹਨਾਂ ਦੇ ਨਾਲ ਉਹਨਾਂ ਦੀ ਭਾਸ਼ਾ 'ਚ? ਹਾਂਜੀ, ਉਹਨਾਂ ਦੀ ਪੂਰੀ ਸੈਟਿੰਗ ਹੁੰਦੀ ਹੈ ਜੀ। ਜੇ ਉਹਨਾਂ ਦੀ ਸੈਟਿੰਗ ਨਹੀਂ ਤਾਂ ਫਿਰ ਬੰਦਾ ਕਿੱਦਾਂ ਅੱਗੇ ਜਾ ਰਿਹਾ? ਇਹ ਏਜੰਟਾਂ ਦੀ ਸੈਟਿੰਗ ਹੈ। ਇੱਥੇ ਪੂਰਾ ਸਿਸਟਮ ਖਰਾਬ ਹੈ। ਇਹ ਸਿਸਟਮ ਪੂਰੇ ਹੈ, ਇਹਨਾਂ ਨਾਲ ਸੈਟਿੰਗ ਹੈ, ਤੇ ਤਾਂ ਹੀ ਬੰਦਾ ਅੱਗੇ ਜਾ ਰਿਹਾ। ਜੇ ਇਹਨਾਂ ਦੀ ਸੈਟਿੰਗ ਨਾ ਹੋਵੇ ਤਾਂ ਫਿਰ ਉਹ ਇਹਨਾਂ ਦੀ ਗੱਲ ਕਿੱਦਾਂ ਸਮਝ ਲੈਣ? ਅੱਛਾ, ਤੁਸੀਂ ਉੱਥੇ ਗੁਆਟਾਮਾਲਾ ਜਿਹੜੀ ਜਿੱਥੇ ਪੇਮੈਂਟ ਹੁੰਦੀ ਹੈ, ਉੱਥੇ ਜਾ ਕੇ ਫਿਰ ਕੀ ਕਿਹਾ ਜਾਂਦਾ? ਜਿਹੜਾ ਮੁੰਡੇ ਨੂੰ ਲਿਜਾਣਾ ਹੁੰਦਾ, ਅੱਗੇ ਪਹੁੰਚਾਉਣਾ ਹੁੰਦਾ ਅਮਰੀਕਾ, ਉਹਨੂੰ ਫਿਰ ਕੀ ਕਹਿੰਦੇ ਨੇ ਉਹ ਅਗਲੇ ਡੌਂਕਰ? ਉੱਥੇ ਅਸੀਂ ਤਾਂ ਕੁਛ ਨਹੀਂ ਕਹਿਣਾ, ਇਹ ਏਜੰਟਾਂ ਦੀ ਗੱਲਾਂ ਕਰਨੀਆਂ ਹੁੰਦੀਆਂ ਹੈ। ਇਹ ਸਾਨੂੰ ਫੋਟੋਆਂ ਦਿਖਾਉਂਦੇ ਆ, ਫੋਟੋ ਦਿਖਾ ਕੇ ਲੈ ਜਾਂਦੇ ਆ। ਫੋਟੋ ਦਿਖਾਉਣ ਤੋਂ ਬਾਅਦ ਇਹ ਆਪਣੀ ਜੇਲ੍ਹ 'ਚ ਉੱਥੇ ਲੈ ਜਾਂਦੇ ਆ। ਉੱਥੇ ਇਹਨਾਂ ਦੇ ਘਰਦਿਆਂ ਨੂੰ ਕਹਿੰਦੇ ਤੁਹਾਡਾ ਮੁੰਡਾ ਮੈਕਸੀਕੋ ਦੇ ਲਾਗੇ ਪਹੁੰਚ ਗਿਆ, ਹੁਣ ਸਾਨੂੰ ਪੈਸੇ ਦਿਓ। ਫਿਰ ਅਸੀਂ ਘਰਾਂ ਨੂੰ ਫੋਨ ਕਰਦੇ ਵੀ ਹਾਂ ਵੀ ਪੇਮੈਂਟ ਦੇ ਦਿਓ। ਸਾਡੇ ਘਰਦਿਆਂ ਨੇ, ਮੇਰੇ ਫਾਦਰ ਸਾਹਿਬ ਨੇ ਖੁਦ ਇਹਨੂੰ ਪੇਮੈਂਟ ਦਿੱਤੀ ਸੀ। ਮੇਰੀ ਤੇ ਇਹਨਾਂ ਗੱਲ 14 ਲੱਖ 'ਚ ਹੋਈ। ਇਹਨੇ ਮੇਰੇ ਘਰਦਿਆਂ ਨੂੰ 16-17 ਲੱਖ ਦੀ ਮੰਗ ਕੀਤੀ ਸੀ। ਫਿਰ ਮੇਰੇ ਘਰਦਿਆਂ ਨੇ ਇਹਨੂੰ 16 ਲੱਖ ਰੁਪਈਆ ਦੇ ਦਿੱਤਾ। 15 ਲੱਖ ਰੁਪਈਆ ਇਹਨੂੰ ਦੇ ਦਿੱਤਾ। 15 ਲੱਖ ਰੁਪਈਆ ਇਹਨੂੰ ਦੇਣ ਤੋਂ ਬਾਅਦ ਫਿਰ ਇਹਨੇ ਮੇਰੇ ਘਰਦਿਆਂ ਤੋਂ ਮੰਗ ਕੀਤੀ ਸੀ ਮੈਨੂੰ 2 ਲੱਖ ਹੋਰ ਦੇ, ਮੈਂ ਫਿਰ ਤੇਰੇ ਮੁੰਡੇ ਨੂੰ ਪਹੁੰਚਾਉਣਾ ਹੈ।
ਮੈਂ ਤਾਂ ਖੁਦ ਹੀ ਪਹਿਲਾਂ ਇੰਨੇ ਕਰਜ਼ੇ ਥੱਲੇ ਆ ਗਿਆ। ਮੇਰੇ ਫਾਦਰ ਸਾਹਿਬ ਗਵਰਨਮੈਂਟ ਜੋਬ ਤੋਂ ਰਿਟਾਇਰ ਹੋਏ, ਲੈਂਡਮੈਨ ਤੋਂ ਭੰਗਾਲੇ ਸਰਵਿਸ ਕਰਦੇ ਸੀ। ਸਾਰੇ ਪੈਸੇ ਉਹਨਾਂ ਦਾ ਪਹਿਲਾਂ ਲੱਗ ਗਿਆ, ਉਹਨਾਂ ਨੇ ਨਿਆਣੇ ਵੀ ਪੜ੍ਹਾਏ। ਫਿਰ ਰਹਿੰਦੀ ਖੁਦੀ ਉਹਨਾਂ ਦੀ ਪੂੰਜੀ ਸਾਰੀ ਇਸ ਏਜੰਟ ਨੇ ਆਪਣੇ ਕੋਲ ਲੈ ਲਈ। ਤੇ ਮੁੜ ਕੇ ਫਿਰ ਉਹ ਕਹਿੰਦਾ ਸਾਨੂੰ ਪੈਸੇ ਦਿਓ। ਮੁੜ ਕੇ ਸਾਡੇ ਕੋਲ ਪੈਸੇ ਹੀ ਨਹੀਂ ਹੈ, ਕਿੱਥੋਂ ਦਈਏ। ਫਿਰ ਇਹਨਾਂ ਨੇ ਮੈਨੂੰ ਜੀ ਮਾਰਨਾ ਕੁੱਟਣਾ ਸ਼ੁਰੂ ਕਰਤਾ। ਇਹਨਾਂ ਨੇ ਮੈਨੂੰ 1.5-2 ਮਹੀਨੇ ਜੀ ਉੱਥੇ ਰੱਖਿਆ, ਮੈਨੂੰ ਆਪਣੀ ਜੇਲ੍ਹ 'ਚ ਹੀ ਬੜਾ ਮਾਰਿਆ ਕੁੱਟਿਆ ਜੀ। ਮੇਰੇ ਹਜੇ ਤੱਕ ਵੀ ਮੇਰੇ ਜਿੰਨਾ ਕੁੱਟਿਆ, ਹਜੇ ਤੱਕ ਵੀ ਮੇਰੇ ਪਿੱਠ ਦੇ ਮਗਰ ਨਿਸ਼ਾਨ ਫਿੰਸੀਆਂ ਜਿਹੀਆਂ ਦੇ ਹੈਗੇ ਆ, ਜਿਹੜੇ ਮੈਨੂੰ ਉਹਨਾਂ ਨੇ ਕੁੱਟੇ ਮਾਰੇ। ਕਿ ਹਜੇ ਤੱਕ ਵੀ ਉਹ ਜਿਹੜੀ ਅੰਦਰ ਮਤਲਬ ਕਿ ਪਿੱਛੇ ਬਲੱਡ ਮੇਰਾ ਗੰਦਾ ਹੋ ਗਿਆ ਸੀ, ਜਿਹਦੇ ਕਰਕੇ ਮੈਨੂੰ ਬੜਾ ਨਸੀਹਤਾਂ ਝੱਲਣੀਆਂ ਪਈਆਂ। ਇਹਨਾਂ ਨੇ ਇਦਾਂ ਦੇ ਸਾਡੇ ਨਾਲ ਧੱਕੇ ਕੀਤੇ। ਫਿਰ ਜਦੋਂ ਇਹਨਾਂ ਨੇ ਦੇਖਿਆ ਕਿ ਇਹ ਹੁਣ ਪੈਸੇ ਨਹੀਂ ਦੇ ਰਹੇ, ਹੋਰ ਵੀ ਪੈਸੇ ਨਹੀਂ ਦੇ ਰਹੇ, ਜਿਹਨਾਂ 18-19 ਲੱਖ ਦੀ ਮੰਗ ਕਰਤੀ, ਕਿੱਥੋਂ ਦੇਣਾ ਇਹ ਜੀ। ਇਹਨੇ ਫਿਰ ਮੰਗ ਕੀਤੀ ਜੀ। ਫਿਰ ਮੇਰੇ ਘਰਦਿਆਂ ਨੇ ਲਿਮਟਾਂ ਬਣਾ ਕੇ ਪੈਸੇ ਚੱਕੇ। ਫਿਰ ਇਹਨੇ ਮੰਗ ਕੀਤੀ ਪੈਸੇ ਦੇ, ਤੇ ਮੇਰੇ ਘਰ ਦੇ ਕਹਿੰਦੇ ਥੋੜ੍ਹਾ ਟਾਈਮ ਰੁਕ ਜਾ, ਤੂੰ ਚੱਲ ਮੁੰਡੇ ਨੂੰ ਮੈਕਸੀਕੋ ਪਹੁੰਚਾ ਦੇ, ਫਿਰ ਤੈਨੂੰ ਅਸੀਂ ਬਾਕੀ ਜਿਹੜੀ ਰਹਿ ਗਏ ਤੇਰਾ ਜਿਹੜਾ ਤੂੰ ਕਹਿੰਦਾ ਹੋਰ ਮੈਨੂੰ 2 ਲੱਖ ਦੇ 15 ਲੱਖ ਤੋਂ ਬਾਅਦ ਤੈਨੂੰ ਬਾਅਦ 'ਚ ਫਿਰ ਦੇ ਦਾਂਗੇ। ਇਹਨੇ ਜੀ ਉੱਥੇ ਮੈਨੂੰ ਕੁੱਟਣਾ ਸਟਾਰਟ ਕਰਵਾਤਾ। ਉੱਥੇ ਜਦੋਂ ਕੁੱਟਣਾ ਸਟਾਰਟ ਕਰਤਾ, ਇਹਨਾਂ ਨੇ ਫਿਰ ਸਲਾਹ ਨਾਲ ਹੀ ਕਿ ਇਹਨੂੰ ਮਾਰ ਕੇ ਬਾਹਰ ਸੁੱਟ ਦਿੰਦੇ ਆ, ਬਾਅਦ 'ਚ ਇਹਨੂੰ ਮਾਫੀਆ ਕੋਲ ਫੜਾ ਦਾਂਗੇ। ਕਹਿਣਾ ਜਿਹੜੇ ਮਾਫੀਆ ਨੇ ਫੜ ਕੇ ਇਹਨੂੰ ਮਾਰਤਾ। ਇਹਨਾਂ ਨੇ ਮੈਨੂੰ ਮਾਰਨ ਦੀ ਪਲੈਨਿੰਗ ਬਣਾ ਲਈ। ਜਿਨ੍ਹਾਂ ਨੇ ਮਾਰ ਕੇ ਕੁੱਟ ਕੇ ਮੈਨੂੰ ਬਾਹਰ ਛੱਡਤਾ। ਮੈਂ ਤਾਂ ਆਪਣੀ ਜਾਨ ਬਚਾਣੀ ਸੀ ਜੀ। ਮੈਂ ਜਾਨ ਬਚਾਉਂਦਾ ਉੱਥੋਂ ਭੱਜਾ। ਇਹਨਾਂ ਨੇ ਮੈਨੂੰ ਖੁਦ ਪਹਿਲਾਂ ਤੇ ਬਾਹਰ ਕੱਢ ਕੇ ਭਜਾਤਾ ਮੈਨੂੰ ਮਾਰਨ ਲਈ। ਇਹਨਾਂ ਨੇ ਪਲੈਨਿੰਗ ਜਿਹੜੀ ષਡਯੰਤਰ ਰਚਿਆ ਸੀ, ਜਿੱਦਾਂ ਵੀ ਇਹਨਾਂ ਨੇ ਆਪਣੀ ਕਹਾਣੀ ਬਣਾਈ ਸੀ, ਉਹ ਮੈਂ ਆਪਣੀ ਕਿਸਮਤ ਬਚਾ ਕੇ ਇਹਨਾਂ ਦੇ ਹੱਥ ਨਹੀਂ ਲੱਗਾ। ਉਹ ਮੈਂ ਭੱਜ ਕੇ ਆਪਣੇ ਜਿੱਦਾਂ ਵੀ ਮੇਰੇ ਹਾਲਾਤ ਸੀ, ਮਾੜੀ ਮੋਟੀ ਮੈਨੂੰ ਵੀ ਲੈਂਗੁਏਜ ਆਉਂਦੀ ਸੀ ਇਹਨਾਂ ਦੀ, ਮੈਂ ਬੋਲ ਲੈਂਦਾ ਸੀ ਮਾੜੀ ਮੋਟੀ। ਬੋਲ ਕੇ ਮੈਂ ਮੈਕਸੀਕੋ ਪਾਰ ਕਰ ਲਿਆ। ਮੈਕਸੀਕੋ ਜਦੋਂ ਮੈਂ ਅੱਗੇ ਗਿਆ ਤੇ ਅੱਗੇ ਮੇਰੇ ਤੇ ਨਾਮ ਲੱਗ ਗਿਆ ਜੀ $10,000 ਦਾ। ਤੁਹਾਡੇ ਉੱਤੇ ਮੈਕਸੀਕੋ ਪੁਲਿਸ ਦੇ ਵੱਲੋਂ ਨਾਮ ਲਾ ਦਿੱਤਾ ਵੀ ਇਹ ਬੰਦਾ ਕ੍ਰਿਮੀਨਲ ਹੈਗਾ, ਇਹ ਮੋਸਟ ਵਾਂਟਡ ਹੈ, ਜਿਹੜਾ ਇਹਨੂੰ ਫੜ ਕੇ ਦੇਗਾ ਉਹਦੇ ਉੱਤੇ ਮਤਲਬ ਉਹਨੂੰ $10,000 ਦਿੱਤਾ ਜਾਊ। ਨਹੀਂ, ਉੱਤੇ ਪੁਲਿਸ ਨੇ ਨਹੀਂ ਨਾਮ ਲਾਇਆ, ਉੱਤੇ ਏਜੰਟ ਨੇ ਨਾਮ ਲਾਇਆ ਸੀ। ਉੱਤੇ ਪੁਲਿਸ ਨਹੀਂ ਨਾਮ ਲਾਉਂਦੀ। ਪੁਲਿਸ ਨੂੰ ਤਾਂ ਕੋਈ ਦਿੱਕਤ ਨਹੀਂ, ਪੁਲਿਸ ਨੇ ਖੁਦ, ਪੁਲਿਸ ਨੂੰ ਕੀ ਦਿੱਕਤ ਹੈ ਜੀ। ਉੱਥੇ ਏਜੰਟ ਨਾਮ ਲਾਉਂਦੇ ਆ ਜੀ। ਏਜੰਟ ਨੇ ਮੇਰੇ ਤੇ ਨਾਮ ਲਾਤਾ $10,000-15,000 ਦਾ। ਜਿਹੜਾ ਇਹਨੂੰ ਲੱਭੇਗਾ, ਹਰ ਉਹਦੇ ਵਿੱਚ ਫੋਟੋ ਭੇਜਤੀ ਮੇਰੀ, ਜਿਹੜਾ ਇਹਨੂੰ ਲੱਭੇਗਾ ਉਹਨੂੰ $10,000-15,000 ਅਸੀਂ ਨਾਮ ਦੇਵਾਂਗੇ। ਤੇ ਜਦੋਂ ਮੇਰੇ ਤੇ ਨਾਮ ਲੱਗ ਗਿਆ, ਮੈਨੂੰ ਪਤਾ ਲੱਗ ਗਿਆ, ਮੈਂ ਆਪਣੇ ਫਾਦਰ ਸਾਹਿਬ ਨੂੰ ਫੋਨ ਕੀਤਾ ਕਿ ਜੀ ਮੇਰੇ ਤੇ ਹੁਣ ਕਹਾਣੀ ਔਖੀ ਹੋ ਗਈ ਹੈ, ਇੱਥੇ ਤੇ ਮੇਰੇ ਤੇ ਨਾਮ ਲੱਗ ਗਿਆ। ਫਿਰ ਉੱਥੇ ਇੱਕ ਬੰਦਾ ਸੀ, ਮੈਕਸ ਨਾਮ ਸੀ ਉਹਦਾ, ਉਹਨੇ ਉੱਥੇ ਮੈਨੂੰ ਮਿਲਿਆ। ਉਹ ਪੰਜਾਬੀ ਸੀ। ਮੈਂ ਕਿਹਾ ਚਲੋ ਕੋਈ ਪੰਜਾਬੀ ਇੱਕ ਹੋਰ ਮਿਲਿਆ, ਚਲੋ ਮੈਂ ਆਪਣੀ ਜਾਨ ਤੇ ਬਚਾਣੀ ਹੈ, ਜਾਂ ਤਾਂ ਮੈਨੂੰ ਇੰਡੀਆ ਭੇਜ ਦੇਗਾ। ਮੈਂ ਉਹਨੂੰ ਕਿਹਾ ਕਿ ਤੂੰ ਮੈਨੂੰ ਜਾਂ ਇੰਡੀਆ ਭੇਜ ਦੇ, ਤੇ ਜਾਂ ਫਿਰ ਮੈਨੂੰ ਇੱਥੋਂ ਕਿਤੇ ਸੇਫ ਜਗ੍ਹਾ 'ਤੇ ਭੇਜ ਦੇ, ਮੈਂ ਇੱਥੇ ਮੈਨੂੰ ਬੋਹ ਹੈ ਮੇਰੇ ਤੇ ਉਹ ਕਹਿੰਦਾ ਤੇਰੇ 'ਤੇ ਨਾਮ ਲੱਗਾ ਹੈ। ਉਹਨੇ ਮੇਰੇ ਘਰਦਿਆਂ ਤੋਂ 6 ਲੱਖ ਦੀ ਹੋਰ ਮੰਗ ਕੀਤੀ। ਕਹਿੰਦਾ ਮੈਨੂੰ 6 ਲੱਖ ਦੇ। ਮੇਰੇ ਘਰਦਿਆਂ ਨੇ ਲਿਮਟ ਬਣਾਈ, ਜੋ ਮੈਂ ਬੈਂਕ ਸਟੇਟਮੈਂਟਾਂ ਵੀ ਨਾਲ ਲਾਈਆਂ ਹੈ, ਲਿਮਟਾਂ ਬਣਾ ਕੇ। ਉਹ ਫਿਰ 6 ਲੱਖ ਰੁਪਈਆ ਉਹਨੂੰ ਖੜੇ ਪੈਰ ਪਾਇਆ ਮੇਰੇ ਘਰਦਿਆਂ ਨੇ, ਔਖੇ ਤੋਖੇ ਜਿੱਦਾਂ ਵੀ ਹੋਇਆ ਪਾ ਕੇ। ਫਿਰ ਇਹਨਾਂ ਨੇ ਉਸ ਬੰਦੇ ਨੂੰ ਪਾਇਆ। ਉਹਦਾ ਮੇਰੇ ਕੋਲ ਜਿਹੜੇ ਉਹਦੇ ਅਕਾਊਂਟ 'ਚ ਪੈਸੇ ਪਏ ਉਹ ਵੀ ਮੇਰੇ ਕੋਲ ਹੈਗਾ ਜੀ ਸਬੂਤ। 15 ਤੇ 21 ਲੱਖ ਰੁਪਇਆ ਤੁਹਾਡਾ ਲੱਗ ਗਿਆ ਸੀ। ਹਾਂਜੀ, ਫਿਰ 21 ਲੱਖ ਰੁਪਈਆ ਮੇਰਾ ਲੱਗ ਗਿਆ। ਉਹਨੇ ਫਿਰ ਮੈਨੂੰ ਕੰਧ ਟਪਾਈ ਜੀ ਅਮਰੀਕਾ ਦੀ। ਜਦੋਂ ਅਸੀਂ ਅਮਰੀਕਾ ਗਏ, ਉਦੋਂ ਤੁਹਾਨੂੰ ਪਤਾ ਅਮਰੀਕਾ ਦੇ ਪਹਿਲਾਂ ਹੀ ਦੁਨੀਆ ਜਾ ਰਹੀ ਹੈ, ਬਹੁਤ ਦੁਨੀਆ ਜਾ ਰਹੀ ਹੈ। ਉੱਥੇ ਹਾਲਾਤ ਇਦਾਂ ਦੇ ਹੋ ਗਏ ਸੀ ਕਿ ਬੰਦਾ ਇੰਨਾ ਆ ਰਿਹਾ। ਸਾਡੇ ਇੰਡੀਆ ਦੇ ਵਿੱਚ ਇਹਨਾਂ ਨੇ ਕਹਿਤਾ ਜੀ ਅਮਰੀਕਾ ਤੋਂ ਬਿਨਾਂ ਤੁਹਾਡਾ ਕਿਤੇ ਗੱਲ ਬਣਨੀ ਨਹੀਂ ਜੀ। 2 ਨੰਬਰ ਦਾ ਕੰਮ, ਇਹਨਾਂ ਨੂੰ ਪੈਸਾ ਜ਼ਿਆਦਾ ਬਚਦਾ ਸੀ। ਇਹਨਾਂ ਨੇ ਸਾਨੂੰ ਅਮਰੀਕਾ ਭੇਜਣਾ ਮੁੰਡਿਆਂ ਨੂੰ ਸ਼ੁਰੂ ਕਰਤਾ। ਉੱਥੇ ਇੰਨਾ ਕੁ ਮੁੰਡਾ ਹੋ ਗਿਆ। ਉੱਥੇ ਤੁਹਾਨੂੰ ਪਤਾ ਹਰ ਦੇਸ਼ ਨੇ ਆਪਣੇ ਬਚਾਉਣਾ ਹੈ। ਉੱਥੇ ਟਰੰਪ ਸ਼ਾਸਨ ਹੀ ਉੱਥੇ, ਉਹਨਾਂ ਨੇ ਆਪਣਾ ਸਿਸਟਮ ਨੂੰ ਗਲਤ ਨਾ ਜਾਣ ਦੇ ਲਈ ਉਹਨਾਂ ਨੇ ਮੁੰਡੇ ਡਿਪੋਰਟ ਕਰਨੇ ਸ਼ੁਰੂ ਕਰਤੇ। ਉਹਨਾਂ ਦੇ ਵਿੱਚ ਅਸੀਂ ਵੀ ਹੀ ਗਏ। ਅਸੀਂ 5-6 ਲੱਖ ਮੁੰਡਾ ਸੀ, ਅਸੀਂ ਵੀ ਡਿਪੋਰਟ ਹੋਏ। ਸਾਲ ਸਾਨੂੰ ਉਹਨਾਂ ਨੇ ਜੇਲ੍ਹ ਰੱਖਿਆ। ਉੱਥੇ ਜੇਲ੍ਹ ਦੇ ਹਾਲਾਤ ਤੁਹਾਨੂੰ ਕੀ ਦੱਸਾਂ। 2 ਬ੍ਰੈਡ ਸਵੇਰੇ ਤੇ 2 ਦੁਪਹਿਰੇ ਤੇ 2 ਸ਼ਾਮੀ, ਐਦਾਂ ਦੇ ਬ੍ਰੈਡ ਮਿਲਦੇ ਸੀ। ਤੇ ਜੇ ਬਿਮਾਰ ਹੋ ਗਿਆ ਤਾਂ ਦਵਾਈ ਵੀ ਨਹੀਂ ਸੀ ਮਿਲਦੀ। ਹਜੇ ਇੰਡੀਆ ਦੀਆਂ ਜੇਲ੍ਹਾਂ ਵਧੀਆ ਜੀ, ਉਹ ਜੇਲ੍ਹਾਂ ਇੰਨੀਆਂ ਮਾੜੀਆਂ ਹੈ। ਤੇ ਟੋਰਚਰ ਤੁਸੀਂ ਮੰਨੋ ਜੀ, ਟੋਰਚਰ ਇੰਨਾ ਕਰਦੇ, ਕਦੀ ਏਸੀ ਤੇਜ਼ ਕਰ ਦੇਣਾ, ਨਹਾਉਣ ਨੂੰ ਜੇ ਪਾਣੀ ਹੈ ਪਾਣੀ ਪੂਰੀ ਤੇਜ਼ ਕਰ ਦੇਣਾ ਜੀ, ਪਾਣੀ ਗਰਮ ਕਰ ਦੇਣਾ ਉਹਨਾਂ ਨੇ। ਜੇ ਗਰਮ ਜੇ ਠੰਡਾ ਕਰਨਾ, ਠੰਡਾ ਹੀ ਕਰ ਦੇਣਾ ਪੂਰਾ। ਮਤਲਬ ਕਿ ਨਾ ਤੇ ਖਾਣ ਨੂੰ ਉਹਨਾਂ ਨੇ ਦੇਣਾ, ਜੇ 4 ਹਿੱਸੇ ਭੁੱਖ ਲੱਗਦੀ ਤੇ 3 ਹਿੱਸੇ ਉਹਨਾਂ ਨੇ ਦੇਣਾ ਨਹੀਂ। ਮਤਲਬ ਕਿ ਨਾ ਮਰੇ ਤੇ ਨਾ ਮਰਨ ਦੇਣਾ, ਇਹ ਹਿਸਾਬ ਕਰ ਲਿਆ ਸੀ ਉਹਨਾਂ ਨੇ। ਫਿਰ ਉੱਥੋਂ ਅਸੀਂ ਡਿਪੋਰਟ ਹੋ ਗਏ। ਡਿਪੋਰਟ ਹੋਣ ਤੋਂ ਬਾਅਦ ਉਹਨਾਂ ਨੇ ਸਾਨੂੰ ਫਿਰ ਸਾਡੇ ਦੇਸ਼ ਭੇਜਤਾ। 15 ਅਗਸਤ 2019 ਨੂੰ ਮੈਂ ਡਿਪੋਰਟ ਹੋ ਕੇ ਆ ਗਿਆ। ਡਿਪੋਰਟ ਹੋਣ ਤੋਂ ਬਾਅਦ ਫਿਰ ਮੈਂ ਇਸ ਏਜੰਟ ਨੂੰ ਕਿਹਾ, ਮੈਂ ਜੇਲ੍ਹ ਦੇ ਵਿੱਚ ਮੇਰਾ 25-30 ਲੱਖ ਦਾ ਖਰਚਾ ਹੋ ਗਿਆ ਸੀ। ਉੱਥੇ ਬਾਹਰ ਨਿਕਲਣ ਨੂੰ ਵਕੀਲ ਕਰਨੇ ਪੈਂਦੇ, ਜੇਬ ਮੈਂ 50-55 ਲੱਖ ਦੇ ਥੱਲੇ ਆ ਗਿਆ ਸੀ ਜੀ। ਮੈਂ ਕਿਹਾ ਚੱਲ ਮੇਰੇ ਸਿਰ ਕਰਜ਼ਾ 18-20 ਲੱਖ ਦਾ ਮੇਰੇ ਸਿਰ ਕਰਜ਼ਾ ਚੜ੍ਹ ਗਿਆ। ਮੈਂ ਕਿਹਾ ਯਾਰ ਤੂੰ ਜੋ ਮੇਰਾ ਲਿਆ ਮੈਨੂੰ ਉਹੀ ਵਾਪਸ ਕਰ ਦੇ, ਤੂੰ ਪਹੁੰਚਾਇਆ ਵੀ ਨਹੀਂ ਮੈਨੂੰ। ਇਹ ਕਹਿੰਦਾ ਜੀ ਨਾ ਜੀ ਮੇਰਾ ਕੋਈ ਨਹੀਂ ਕੁਛ ਵਿਗਾੜ ਸਕਦਾ, ਕਹਿੰਦਾ ਮੈਂ ਨਹੀਂ ਜੀ ਤੇਰਾ ਪੈਸੇ ਵਾਪਸ ਕਰਨੇ। ਮੈਂ 2-3 ਮਹੀਨੇ ਇੰਤਜ਼ਾਰ ਕਰਦਾ ਰਿਹਾ ਇਹਨਾਂ ਦਾ ਜੀ, ਇਹਨੇ ਕੋਈ ਇੰਤਜ਼ਾਰ ਨਹੀਂ ਕੀਤਾ। ਫਿਰ ਮੈਂ ਅਕਤੂਬਰ ਦੇ ਵਿੱਚ ਮੈਂ ਐਪਲੀਕੇਸ਼ਨ ਆਪਣੇ ਫਾਦਰ ਸਾਹਿਬ ਦੁਆਰਾ ਮਾਨਯੋਗ SP ਸਾਹਿਬ ਨੂੰ ਮੈਂ ਐਪਲੀਕੇਸ਼ਨ ਦਿੱਤੀ। ਉੱਥੇ ਇਨਵੈਸਟੀਗੇਸ਼ਨ ਆਫੀਸਰ ਮਨੋਜ ਕੁਮਾਰ ਜਿਨ੍ਹਾਂ ਨੇ ਮੇਰਾ ਇਨਵੈਸਟੀਗੇਸ਼ਨ ਕੀਤੀ, ਉੱਥੇ ਵੀ ਉਹਨਾਂ ਸਾਹਮਣੇ ਵੀ ਜੀ ਪੈਸੇ ਮੰਨ ਗਿਆ ਕਿ ਮੈਂ ਪੈਸੇ ਲਏ ਆ ਉੱਥੇ ਮੰਨ ਗਿਆ।
ਇਹਨੂੰ ਉਹਨੇ ਕਿਹਾ ਵੀ ਹਾਂ ਵੀ ਫਿਰ ਤੂੰ ਦੱਸ ਤੂੰ ਪੈਸੇ ਮੋੜਨੇ ਆ। ਇਹ ਕਹਿੰਦਾ ਜੀ ਨਾ ਮੈਂ ਨਹੀਂ ਮੋੜਨੇ। 6 ਮਹੀਨੇ ਜੀ ਮੇਰਾ ਪਰਚਾ ਨਹੀਂ ਹੋਇਆ। ਇਹਨੇ ਪਤਾ ਨਹੀਂ ਪੈਸੇ ਚੜਾਤੇ। ਇਹਦਾ ਦੂਜਾ ਬੰਦਾ ਕਹਿੰਦਾ ਜੀ ਮੈਂ ਤੇ ਪੁਲਿਸ ਨੂੰ ਪੈਸੇ ਚੜਾਤੇ ਹੈ, ਜੇ ਹੈ ਬੋ ਹੈ, ਮੈਂ ਇੰਨੇ ਪੈਸੇ ਦੇਤਾ। ਮੇਰੇ ਕੋਲ ਉਹਦੀਆਂ ਰਿਕਾਰਡਿੰਗਾਂ ਵੀ ਹੈਗੀਆਂ ਜਿਹੜਾ ਉਹਨੇ ਕਿਹਾ ਮੈਂ ਪੈਸੇ ਚੜਾਏ ਆ। ਸਰ ਜੀ ਜਦੋਂ ਤੁਸੀਂ ਦੱਸਦੇ ਹੋ ਜਦੋਂ ਮਾਫੀਆ ਤੋਂ ਤੁਹਾਨੂੰ ਕੁੱਟ-ਕੁੱਟ ਕੇ ਬਾਹਰ ਸੁੱਟ ਦਿੱਤਾ ਉੱਥੇ, ਉੱਥੋਂ ਫਿਰ ਤੁਸੀਂ ਕਿੱਦਾਂ ਬਚੇ, ਕਿੱਦਾਂ ਫਿਰ ਕਿੱਧਰ ਗਏ? ਕਿਉਂਕਿ ਤੁਹਾਨੂੰ ਤਾਂ ਕੁਝ ਰਾਹ ਵਗੈਰਾ ਵੀ ਨਹੀਂ ਪਤਾ ਸੀਗਾ ਉੱਥੇ, ਫਿਰ ਉਹ ਕਿਵੇਂ ਜਾਨ ਬਚਾਈ ਉੱਥੇ? ਦੇਖੋ ਜੀ ਅਸੀਂ ਜੰਗਲਾਂ ਦਾ ਰਸਤਾ ਪਾਰ ਕੀਤਾ ਸੀ। ਉਹਦੇ ਲਾਗੇ ਨਦੀ ਵਹਿੰਦੀ ਸੀ ਜਿਹਦੇ ਇਹਦੇ ਮੈਨੂੰ ਮਾਰਿਆ ਕੁੱਟਿਆ ਨਾ, ਉਹਦੇ ਲਾਗੇ ਨਾ ਜਿੱਦਾਂ ਸਿਟੀ ਸੀ। ਉੱਥੇ ਜਦੋਂ ਕੱਢਿਆ ਮੈਂ ਭੱਜਾ ਰਿਹਾ ਪਾਗਲਾ ਵਾਂਗ ਭੱਜਦਾ ਰਿਹਾ। ਮੈਂ ਪੁਲਿਸ ਵੀ ਨਹੀਂ ਉੱਥੇ ਮਦਦ ਨਹੀਂ ਕਰਦੀ ਕਿ ਸਾਨੂੰ ਕਿਹੜੀ ਭਾਸ਼ਾ ਆਉਂਦੀ ਸੀ। ਉੱਥੇ ਨਦੀ ਸੀ ਇੱਕ, ਮੈਂ ਨਦੀ ਦੇ ਕਿਨਾਰੇ ਬਹਿ ਗਿਆ ਸੀ ਜੀ। ਮੈਂ ਕੱਛਾ ਪਾਇਆ ਸੀ ਤੇ ਬਨੈਣ ਪਾਈ ਸੀ, ਠੰਡ ਵੀ ਲੱਗੇ ਤੇ ਮੌਤ ਦਾ ਵੀ ਤੁਹਾਨੂੰ ਪਤਾ ਕਿਹਨੂੰ ਮਰਨ ਦਾ ਡਰ ਹੈ। ਆਪਣੀ ਮੌਤ ਬਚਾਉਣ ਦੇ ਲਈ ਮੈਂ ਇੱਕ ਨਦੀ 'ਚ ਬਹਿ ਗਿਆ। ਮੈਂ 5-6 ਘੰਟੇ ਬੈਠਾ ਰਿਹਾ। ਬੈਠੇ ਰਹਿਣ ਤੋਂ ਬਾਅਦ ਮੈਨੂੰ ਚਲੋ ਮੈਂ ਕਿਹਾ ਚਲੋ ਹੁਣ ਦੇਖਦੇ ਹਾਂ ਥੋੜ੍ਹਾ ਕੁ ਤੁਰ ਕੇ। ਜਦੋਂ ਮੈਂ ਫੇਰ ਤੁਰਿਆ ਤੇ ਡੋਂਕਰ ਅੱਗੇ ਫੇਰ ਮੇਰੇ ਮਗਰ ਲੱਭਣ ਦੇ ਸੀ ਮੈਨੂੰ। ਮੈਂ ਫਿਰ ਉੱਥੋਂ ਭੱਜ ਭੁੱਜ ਕੇ ਮੈਂ ਕਿਸੇ ਤਰੀਕੇ ਬੱਸ ਚੜ੍ਹ ਗਿਆ। ਉਹ ਜਿਹੜੇ ਬੱਸ ਵਾਲੇ ਸੀ ਉੱਥੇ ਜਿਹੜੇ ਹੁੰਦੇ ਆ ਉਹ ਪਹਿਲਾਂ ਹੀ ਇਹ ਕੰਮ ਕਰਦੇ ਸੀ ਏਜੰਟਾਂ ਦਾ। ਉਹਨੇ ਮੇਰੇ ਕੋਲ $100 ਲਿਆ। ਉਹਨੇ ਮੈਨੂੰ ਮੈਕਸੀਕੋ ਦੇ ਚਾਪਸ ਗੁਆਟੇਮਾਲਾ ਦਾ ਬਾਰਡਰ ਹੈ, ਉੱਥੋਂ ਮੈਕਸੀਕੋ ਦਾ ਤੇਜਵਾਨਾ ਬਾਰਡਰ ਪੈਂਦਾ ਹੈ, ਉੱਥੇ ਉਹਨੇ ਜੀ ਮੈਨੂੰ ਬਾਰਡਰ ਪਾਰ ਕਰਾਤਾ। ਮੈਨੂੰ ਮੇਰੀ ਹਾਲਤ ਦੇਖ ਕੇ ਮੈਂ ਉੱਥੇ ਮੈਨੂੰ ਹੋਰ ਕੋਈ ਇੰਡੀਅਨ ਮੁੰਡੇ ਮਿਲੇ ਜਿਹੜੇ ਉਹ ਵੀ ਇੱਦਾਂ ਹੀ ਭੱਜੇ ਸੀ। ਉਹਨਾਂ ਨੇ ਮੇਰੀ ਮਦਦ ਕੀਤੀ। ਮਦਦ ਕਰਕੇ ਮੈਨੂੰ ਮੈਕਸੀਕੋ ਤੱਕ ਪਹੁੰਚਾਇਆ। ਮੈਕਸੀਕੋ ਤੱਕ ਪਹੁੰਚਾਉਣ ਤੋਂ ਬਾਅਦ ਅੱਗੇ ਤੁਹਾਨੂੰ ਦੱਸਿਆ ਹੀ ਆ ਨਾਮ ਲੱਗ ਗਿਆ ਮੇਰੇ ਤੇ। ਇੱਦਾਂ ਦੀਆਂ ਤਸ਼ੱਦਦਾਂ ਕੀਤੀਆਂ ਮੇਰੇ ਏਜੰਟ ਨੇ। ਫਿਰ ਜੰਗਲ ਦਾ ਜਦੋਂ ਰਸਤਾ ਤੁਰਦੇ ਆ ਪਾਰ ਕਰਦੇ ਆ ਉਹ ਉੱਥੇ ਰਸਤੇ ਬਣੇ ਨੇ ਸਹੀ, ਜਾਂ ਫਿਰ ਉਹ ਇਦਾਂ ਹੀ ਮਤਲਬ ਦਿੱਕਤਾਂ ਦਾ ਭਰਿਆ ਰਸਤਾ ਹੁੰਦਾ, ਪਹਾੜ ਪੁੜ ਵੀ ਚੜ੍ਹਨੇ ਪੈਂਦੇ? ਨਹੀਂ, ਰਸਤਾ ਇੱਦਾਂ ਆ। ਉੱਥੇ ਪਹਾੜ ਹੀ ਹੈ ਜੀ, ਸਿੱਧੇ ਪਹਾੜ ਹੈ। ਤੁਸੀਂ ਹਿਸਾਬ ਲਾ ਲਓ ਜਿੱਦਾਂ ਇੱਕ ਕੰਧ ਨਹੀਂ ਅਸੀਂ ਕੰਧ ਖੜੀ ਕਰਦੇ ਹਾਂ, ਉੱਦਾਂ ਦੇ ਪਹਾੜ ਹੈ ਸਿੱਧੇ। ਉਹ ਡੰਡੇ ਲੈ ਕੇ ਅਸੀਂ ਚੜ੍ਹੇ ਦੇ ਹਾਂ ਨੀਵੇਂ ਹੋ ਕੇ ਪੂਰਾ ਜੀ। ਮਤਲਬ ਕਿ ਤੁਹਾਨੂੰ ਕੀ ਦੱਸੀਏ ਜੀ ਇਹ ਹਾਲਾਤ, ਤੁਹਾਨੂੰ ਕੀ ਦੱਸੀਏ ਆਪਣੇ ਜਿਹੜੇ ਦਿਲ ਦੇ ਆ ਹਾਲਾਤ ਦੱਸ ਕੇ ਵੀ ਰੋਣਾ ਆਉਂਦਾ ਕਿ ਇਹੋ ਜਿਹੇ ਹਾਲਾਤਾਂ 'ਚ ਅਸੀਂ ਗਏ ਹਾਂ। ਇੰਨੇ ਮਾੜੇ ਦਿਨ ਦੇਖੇ ਅਸੀਂ ਇਹ ਮਾੜੇ ਦਿਨ ਜਿੰਨੇ ਅਸੀਂ ਮਾੜੇ ਦਿਨ ਦੇਖੇ ਅਸੀਂ ਨਹੀਂ ਕਹਿੰਦੇ ਕਿ ਕੋਈ ਹੋਰ ਭਰਾ ਸਾਡਾ ਫਸੇ, ਹੋਰ ਇਹ ਏਜੰਟਾਂ ਦੇ ਹੱਥ ਚੜ੍ਹੇ। ਇਸ ਕਰਕੇ ਮੈਂ ਮੀਡੀਆ ਦੇ ਵਿੱਚ ਵੀ ਜਾਣਾ ਆਇਆ। ਮੈਂ ਹਰ ਪ੍ਰਸ਼ਾਸਨ ਦੇ ਤੱਕ ਗਿਆ ਜਿੱਥੇ ਤੱਕ ਵੀ ਮੈਨੂੰ ਲੋੜ ਪਈ। ਮੈਂ ਟਵਿੱਟਰ, ਫੇਸਬੁੱਕ, ਹਰ ਸੋਸ਼ਲ ਮੀਡੀਆ 'ਤੇ ਮੈਂ ਇਹਨਾਂ ਏਜੰਟਾਂ ਦੇ ਖਿਲਾਫ ਮੈਂ ਤੁਰਿਆ। ਪਰ ਮੇਰੀ 6 ਮਹੀਨੇ ਬਾਅਦ ਮੇਰਾ ਪਰਚਾ ਹੋਇਆ। FRI 10/2/2020 ਨੂੰ ਮੇਰੀ FRI ਹੋਈ। 6 ਮਹੀਨੇ ਇਹ ਏਜੰਟ ਪੁਲਿਸ ਦੇ ਢੀਕੇ ਨਹੀਂ ਚੜ੍ਹਿਆ। ਪੁਲਿਸ ਦੇ ਕਦੀ ਇਹ ਜ਼ਮਾਨਤਾਂ ਲਾਉਂਦਾ, ਐਂਟੀਸਪੈਟਿਕ ਬੇਲ ਵੀ ਲਾਈ ਇਹਨੇ 438। ਉੱਥੇ ਵੀ ਜੀ ਇਹਨੇ ਜੱਜ ਨੇ ਉੱਥੇ ਕਿਹਾ ਕਿ ਜੇ ਤੈਨੂੰ ਮੈਂ ਜ਼ਮਾਨਤ ਤਾਂ ਦੇਣੀ ਆ ਜੇ ਤੂੰ ਇੱਥੇ ਹਾਫ ਪੇਮੈਂਟ ਜਮ੍ਹਾਂ ਕਰਵਾਏਗਾ। ਇਹ ਜੀ ਜੱਜ ਸਾਹਮਣੇ ਵੀ ਕਦੀ 2 ਲੱਖ ਕਦੀ ਲੱਖ। ਤੁਹਾਨੂੰ ਪਤਾ ਏਜੰਟਾਂ ਨੇ 2 ਨੰਬਰ ਦੇ ਕੰਮ ਕੀਤੇ, ਇਹਨਾਂ ਨੂੰ ਤੇ ਆਦਤ ਹੁੰਦੀ ਹੈ। ਇਹ ਜੀ ਉੱਥੇ ਵੀ ਪੈਸੇ ਲੈ ਕੇ ਨਹੀਂ ਗਿਆ। ਉਹਨਾਂ ਨੇ ਇਹਦੀ ਪਟੀਸ਼ਨ ਖਾਰਜ ਕਰਤੀ। ਖਾਰਜ ਕਰਕੇ ਪੁਲਿਸ ਨੂੰ ਵੀ ਹਦਾਇਤ ਦਿੱਤੀ ਕਿ ਇਹਦੇ ਮਤਲਬ ਕਿ ਮਾਨਯੋਗ ਅਦਾਲਤ ਨੇ ਪੂਰੀ ਇੱਥੇ ਕਾਰਵਾਈ ਦੇ ਲਈ ਮੰਗ ਕਰਤੀ ਕਿ ਇਹ ਏਜੰਟ 'ਤੇ ਪੂਰੀ ਕਾਰਵਾਈ ਕੀਤੀ ਜਾਏ, ਹੋਰ ਵੀ ਏਜੰਟ ਫੜੇ ਜਾਣਗੇ। ਫਿਰ ਜੀ 6 ਮਹੀਨੇ ਬਾਅਦ ਨਾ, ਇਹ 6 ਮਹੀਨੇ ਹੋ ਗਏ ਮੇਰੇ ਕੇਸ ਨੂੰ, 6 ਮਹੀਨੇ 10 ਕੁ ਦਿਨ ਹੋ ਗਏ ਕਿਸੇ ਨੇ ਫੜਿਆ ਨਹੀਂ। ਮੈਂ SHO ਸਾਹਿਬ ਨੂੰ ਕਿਹਾ ਜੀ SHO ਸਾਹਿਬ ਫੜੋ। ਉਹ ਕਹਿੰਦੇ ਅਸੀਂ ਇਹਨਾਂ 'ਤੇ ਕਾਰਵਾਈ ਕਰ ਰਹੇ ਹਾਂ। DSP ਸਾਹਿਬ ਵੀ ਕਹਿੰਦੇ ਇਹਨਾਂ 'ਤੇ ਕਾਰਵਾਈ ਕਰ ਰਹੇ ਹਾਂ। ਮੈਂ SSP ਸਾਹਿਬ ਕੋ ਮਾਨਯੋਗ SSP ਸਾਹਿਬ ਕੋ ਵੀ ਮੈਂ ਗਿਆ। ਉਦੋਂ SSP ਸਾਹਿਬ ਗੌਰਵ ਸਿੰਘ ਜੀ ਜਿਹਨਾਂ ਨੇ ਮੇਰਾ ਪਰਚਾ ਕੱਟਿਆ, ਉਸ ਤੋਂ ਬਾਅਦ ਚੇਂਜ ਹੋ ਗਏ। ਨਵਜੋਤ ਸਿੰਘ ਮਾਹਲ ਜੀ ਆਏ ਨਵੇਂ SSP। ਉਦੋਂ ਕਰੋਨਾ ਕਰਕੇ ਇਹਨਾਂ ਦੀ ਮੀਟਿੰਗਾਂ ਚੱਲ ਰਹੀਆਂ ਅਤੇ ਬਾਅਦ ਡਿਪਟੀ ਸਾਹਿਬ ਨੂੰ ਅਸੀਂ ਮਿਲੇ। ਉਹਨਾਂ ਨੇ ਫੋਨ ਕੀਤਾ ਕਿ ਚਲੋ ਤੁਹਾਡੇ ਫੋਨ ਕਰਤਾ ਹੈ ਮੈਂ ਡਿਪਟੀ ਸਾਹਿਬ ਨੇ ਅਤੇ ਤੁਹਾਡਾ ਹੱਲ ਹੋ ਜਾਊਗਾ। ਫਿਰ ਇਹਨੂੰ ਪੁਲਿਸ ਨੇ ਫੜਿਆ। ਅੱਜ 2 ਕੁ ਦਿਨ ਹੋ ਗਏ ਇਹਨੂੰ ਪੁਲਿਸ ਨੇ ਫੜਿਆ। ਇਹਦਾ ਰਿਮਾਂਡ ਲਿਆ 4 ਦਿਨ ਦਾ। ਪੁਲਿਸ ਪੁੱਛਗਿੱਛ ਕਰ ਰਹੀ ਹੈ। ਮੈਂ ਤਾਂ ਚਾਹੁੰਦਾ ਕਿ ਇਹ ਏਜੰਟ 'ਤੇ ਹੋਰ ਪੁੱਛਗਿੱਛ ਕਰੀਏ। ਇਹ ਬਹੁਤ ਏਜੰਟਾਂ ਨਾਲ ਕੰਮ ਕਰਦਾ ਜਿਹਦੀਆਂ ਮੇਰੇ ਕੋਲ ਇਹਦੇ ਰਿਕਾਰਡਿੰਗਾਂ ਪ੍ਰੂਫ ਹੈ ਮੇਰੇ ਕੋਲ, ਜੋ ਕਿ ਮੈਂ ਤੁਹਾਨੂੰ ਦੇਵਾਂਗਾ। ਤੁਸੀਂ ਸੁਣਾਇਓ ਲੋਕਾਂ ਨੂੰ ਪਤਾ ਲੱਗੇ ਕਿ ਇਹ ਏਜੰਟ ਕਿੱਦਾਂ ਧੋਖਾ ਕਰਦੇ ਨੇ। ਮੈਂ ਇਕੱਲਾ ਨਹੀਂ, ਬਹੁਤ ਏਜੰਟ ਕੰਮ ਕਰਦੇ ਨੇ। ਪੰਜਾਬ ਦੇ ਵਿੱਚ ਬਹੁਤ ਏਜੰਟਾਂ ਦਾ ਅਸੀਂ ਪੱਤਾ ਫਾਸ ਕਰ ਸਕਦੇ ਹਾਂ ਜੇ ਸਾਡੇ ਨਾਲ ਪੁਲਿਸ ਕੰਪਰਮਾਈਜ਼ਰ ਕਰਕੇ ਤੁਰੇ। ਅਸੀਂ ਬਹੁਤ ਏਜੰਟਾਂ ਦਾ ਸਾਨੂੰ ਪਤਾ ਹੈ, ਬਹੁਤ ਮੁੰਡਾ ਰਿਪੋਰਟ ਆਇਆ। ਅੱਜ ਜੇ ਮੈਂ 2 ਏਜੰਟਾਂ ਦਾ ਦੱਸ ਰਿਹਾ, ਅੱਜ ਮੇਰੇ ਨਾਲ 5 ਲੱਖ ਮੁੰਡਾ 10-20 ਹਜ਼ਾਰ ਪੰਜਾਬ ਦਾ ਆਇਆ ਹੈ, ਹੋਰ ਵੀ ਕੰਟਰੀਆਂ ਦੇ ਮੁੰਡੇ ਗਏ ਨੇ। ਮੈਂ ਉਹ ਸਾਰਿਆਂ ਨੂੰ ਮੇਰੇ ਨਾਲ ਜਿੰਨੇ ਵੀ ਕੰਟੈਕਟ 'ਚ ਮੈਂ ਸਾਰਿਆਂ ਨੂੰ ਕਹਾਂਗਾ। ਅੱਛਾ, ਇਹ ਵੀ ਸਰਬਜੀਤ ਗੱਲਾਂ ਬਹੁਤ ਸਾਰੀਆਂ ਆਪਾਂ ਸੁਣਦੇ ਵੀ ਆ, ਆਪਾਂ ਵੀਡੀਓ ਵੀ ਦੇਖਦੇ ਆ ਜਿਹੜੀਆਂ ਉੱਥੋਂ ਆਉਂਦੀਆਂ। ਕਹਿੰਦੇ ਡੈੱਡ ਬੋਡੀਜ਼ ਵੀ ਜੰਗਲਾਂ ਦੇ ਵਿੱਚ ਪਈਆਂ ਰਹਿ ਜਾਂਦੀਆਂ ਨੇ, ਕੋਈ ਉਹਨਾਂ ਦਾ ਵਾਲੀ ਵਾਰਸ ਨਹੀਂ ਹੁੰਦਾ। ਜਿਹੜੇ ਮੁੰਡੇ ਡੌਂਕੀ ਰਾਹੀਂ ਬਾਹਰ ਜਾਂਦੇ ਨੇ, ਕੋਈ ਇੱਦਾਂ ਦੇ ਹਾਲਾਤ ਵੀ ਦੇਖਣ ਨੂੰ ਮਿਲੇ ਸੀ ਕੋਈ ਰਾਹ 'ਚ? ਦੇਖੋ ਜੀ ਗੱਲ ਇੱਦਾਂ ਹੈ, ਜਿਲੇ ਅਸੀਂ ਜਾਂਦੇ ਆ ਨਾ ਉਹਦੇ ਵਿੱਚ ਜਿਹਨੇ ਤੇ ਸੱਟ ਚੋਟ ਲੱਗ ਗਈ ਉਹਨੇ ਜੀ ਮਰ ਜਾਣਾ। ਜਿਲੇ ਉਹ ਮਰ ਗਿਆ ਤੇ ਡੈੱਡ ਬੋਡੀਆਂ ਦੇ ਆਪਣੇ ਆਪ ਹੀ ਉੱਥੇ ਪਈਆਂ ਰਹਿਣੀਆਂ। ਉੱਥੇ ਫਿਰ ਕਿਸੇ ਦੀ ਮਾਂ ਨੇ ਤਾਂ ਉੱਥੇ ਚੱਕਣ ਨਹੀਂ ਜਾਣਾ, ਮਾਂ ਪੁੱਤ ਨੇ ਕਿਸੇ ਚੱਕਣਾ ਨਹੀਂ। ਏਜੰਟਾਂ ਨੂੰ ਕੀ, ਉਹਨਾਂ ਦੇ ਤੇ ਪੈਸਾ ਲੈਣਾ, ਪੈਸਾ ਲੈ ਕੇ ਬੰਦੇ ਭੇਜ ਦੇਣੇ ਆ। ਉੱਥੇ ਡੈੱਡ ਬੋਡੀਆਂ ਹੁੰਦੀਆਂ ਹੈ। ਅਸੀਂ ਦੂਜੇ ਰਸਤੇ ਥਾਣੀ ਗਏ, ਜਿਹੜੇ ਰਸਤੇ 2 ਰਸਤੇ ਹੈ ਜੀ ਉੱਥੇ ਵੀ। ਇੱਕ ਰਸਤਾ ਸ਼ੋਰਟ ਰਸਤਾ, ਇੱਕ ਹੈ ਲੰਬਾ ਰਸਤਾ। ਸ਼ੋਰਟ ਰਸਤੇ 'ਤੇ ਡੈੱਡ ਬੋਡੀਆਂ ਪਈਆਂ ਸੀ। ਉੱਤੇ ਕੰਗਾਲ ਪਏ ਨੇ, ਮੁੰਡਿਆਂ ਦੇ ਵੀ ਪਏ ਨੇ, ਹੱਡੀਆਂ ਵੀ ਪਈਆਂ ਨੇ। ਜਿਹੜੇ ਉਸ ਰਸਤੇ 'ਤੇ ਮੁੰਡੇ ਆਏ ਆ ਉਹ ਡਰਦੇ ਗਏ ਨੇ।
ਉਹ ਤੇ ਬਹੁਤ ਡਰਦੇ ਡਰਦੇ ਗਏ ਨੇ ਮੁੰਡੇ। ਤੇ ਜਿਸ ਰਸਤੇ ਤੇ ਅਸੀਂ ਆਏ ਆ, ਅਸੀਂ ਵੀ ਡਰਦੇ ਆਏ ਆ। ਸਾਡਾ ਵੀ ਹਾਲਾਤ ਤੁਸੀਂ ਦੇਖ ਲਓ, ਤੁਹਾਡੇ ਸਾਹਮਣੇ ਹੀ ਆ, ਤੁਹਾਨੂੰ ਦੱਸੇ ਆਪਣੇ ਹਾਲਾਤ ਕਿੱਦਾਂ ਦੇ। ਸਰਬਜੀਤ ਦੇ ਪਿਤਾ ਜੀ ਵੀ ਸਾਡੇ ਨਾਲ ਨੇ, ਸਰਕਾਰੀ ਮੁਲਾਜ਼ਮ ਸੀਗੇ ਬਿਜਲੀ ਬੋਰਡ ਦੇ ਵਿੱਚ। ਉੱਥੋਂ ਜੋ ਵੀ ਜਮ੍ਹਾਂ ਪੂੰਜੀ ਕੀਤੀ ਸੀ, ਜਿੰਨੇ ਕਮਾਈ ਕੀਤੀ ਸੀ, ਉਹ ਸਾਰੇ ਕਹਿੰਦੇ ਸਰਬਜੀਤ ਦੇ ਮੁਤਾਬਕ 15 ਲੱਖ ਇੱਕ ਏਜੰਟ ਨੇ ਲਿਆ, 6 ਲੱਖ ਇੱਕ ਏਜੰਟ ਨੇ ਲਿਆ, 21 ਲੱਖ ਹੀ ਹੋਇਆ। ਇਸ ਤੋਂ ਇਲਾਵਾ ਕਹਿੰਦੇ ਜੋ ਇਹ ਵਕੀਲ ਕੀਤੇ ਰਾਹ ਦੇ ਵਿੱਚ ਜਾਂਦਿਆਂ ਜੇਲ੍ਹਾਂ ਦੇ ਵਿੱਚੋਂ ਬਾਹਰ ਨਿਕਲੇ ਜਾਂ ਹੋਰ ਖਰਚ ਪਵਾ ਕੇ ਘੱਟੋ ਘੱਟ 40 ਤੋਂ 50 ਲੱਖ ਰੁਪਈਆ ਸਰਬਜੀਤ ਦਾ ਠੱਗ ਏਜੰਟਾਂ ਦੇ ਕਾਰਨ ਡੁੱਬ ਚੁੱਕਿਆ ਹੈ। ਪਿਤਾ ਜੀ ਸਰਬਜੀਤ ਦੇ ਸਾਡੇ ਨਾਲ ਨੇ। ਅੰਕਲ, ਤੁਸੀਂ ਨੌਕਰੀ ਕੀਤੀ ਹੈ, ਨੌਕਰੀ ਸਾਰੀ ਜਮ੍ਹਾਂ ਪੂੰਜੀ, ਪੁੱਤ ਨੂੰ ਉਹਦਾ ਭਵਿੱਖ ਬਣਾਉਣ ਦੇ ਲਈ ਅਮਰੀਕਾ ਭੇਜਿਆ ਸੀ, ਜਿਸ ਤਰੀਕੇ ਦਾ ਰਸਤਾ ਸੀਗਾ, ਕਦੇ ਜਦੋਂ ਸਰਬਜੀਤ ਜਾ ਰਿਹਾ ਸੀਗਾ ਉਦੋਂ ਆਉਂਦਾ ਨਹੀਂ ਸੀ ਮਾਈਂਡ ਦੇ ਵਿੱਚ ਮੈਂ ਗਲਤੀ ਕਰ ਲਈ ਹੈ, ਆਪਣੀ ਜ਼ਿੰਦਗੀ ਦੀ ਕਮਾਈ ਵੀ ਸਾਰੀ ਲਗਾ ਦਿੱਤੀ ਔਰ ਪੁੱਤ ਨੂੰ ਵੀ ਖਤਰੇ ਦੇ ਵਿੱਚ ਪਾ ਦਿੱਤਾ? ਹਾਂਜੀ ਹਾਂਜੀ। ਮੈਂ ਜੀ ਆਪਣੇ ਫਰਵਰੀ ਮਹੀਨੇ ਰਿਟਾਇਰ ਹੋਇਆ ਬਿਜਲੀ ਬੋਰਡ 'ਚ। ਇਹ ਹਰਵੰਸ ਸਿੰਘ ਨੇ ਮੇਰੇ ਘਰ ਆਉਣਾ ਜਾਣਾ ਕਰਤਾ ਵੀ ਇਹ ਰਿਟਾਇਰ ਹੋਇਆ, ਪੈਸੇ ਦੇ ਕੋਲ ਆ, ਇਹਨੇ ਖਹਿੜਾ ਕੀਤਾ ਵੀ ਤਾਂ ਮੁੰਡਾ ਬਾਹਰ ਭੇਜ ਦੇ। ਅਸੀਂ ਇਹਨੂੰ 8 ਲੱਖ ਰੁਪਇਆ ਤੋਂ ਪਹਿਲਾਂ ਲੈ ਲਿਆ, ਇਹਨੇ ਸਰਬੀਆ ਜਾਣ ਦਾ। ਕਹਿੰਦਾ ਪਹਿਲਾਂ ਪੈਸੇ ਦਿਓ ਅਤੇ ਮੁੰਡਾ ਤੁਹਾਡਾ ਪਹੁੰਚ ਗਿਆ। ਪੈਸੇ ਲੈ ਗਿਆ, ਮੁੰਡਾ ਉੱਥੇ ਪਹੁੰਚਿਆ ਨਹੀਂ, ਇਹਨੇ ਘੁਮਾ ਫਿਰਾ ਕੇ ਮੁੜ ਕੇ ਲਿਆਂਦਾ। ਜਦੋਂ ਦੁਬਾਰਾ ਇਹਨੇ ਮੁੜ ਕੇ ਮੁੰਡੇ ਦਾ ਪਾਸਪੋਰਟ ਲੈ ਲਿਆ ਅਤੇ ਦਿੱਲੀ ਲੈ ਗਿਆ। ਦਿੱਲੀੋਂ ਮੁੰਡੇ ਨੂੰ ਕਹਿ ਦਿੱਤਾ ਤੇਰਾ ਪਾਸਪੋਰਟ ਗੁੰਮ ਹੋ ਗਿਆ। ਇਹਨੇ ਸਾਨੂੰ ਫੋਨ ਕੀਤਾ, ਅਸੀਂ ਇਹਦੀਆਂ ਸਾਰੀਆਂ ਰਿਕਾਰਡਿੰਗਾਂ ਕੀਤੀਆਂ, ਕਿੱਦਾਂ ਕਿੱਦਾਂ ਗੁੰਮ ਹੋਇਆ। ਜਿਹੜਾ ਇਹ ਕਹਿੰਦਾ ਨਹੀਂ ਗੁੰਮ ਹੋਇਆ, ਦੂਜਾ ਏਜੰਟ ਕੇ ਗੁੰਮ ਹੋ ਗਿਆ। ਫਿਰ ਇਹ ਕਹਿੰਦੇ ਨਹੀਂ ਕੋਈ ਗੱਲ ਨਹੀਂ, ਅਸੀਂ ਪਾਸਪੋਰਟ ਬਣਾਉਂਦੇ ਹਾਂ। ਅਸੀਂ ਮੁੰਡੇ ਨਾਲ ਪਾਸਪੋਰਟ ਇਹ ਦੁਬਾਰਾ ਫਿਰ ਲੈ ਗਿਆ ਭਰਮਾ ਕੇ। ਜਦੋਂ ਸਰਬਜੀਤ ਅਮਰੀਕਾ ਦੇ ਰਸਤੇ ਦੇ ਵਿੱਚ ਫਸਿਆ ਸੀਗਾ, ਜੰਗਲਾਂ ਦੇ ਵਿੱਚ ਸੀਗਾ ਫਸਿਆ, ਉੱਥੋਂ ਫੋਨ ਕਰਦਾ ਸੀਗਾ, ਕੀ ਕਹਿੰਦਾ ਸੀਗਾ ਸਰਬਜੀਤ? ਇਹ ਸਰਬਜੀਤ ਜਦੋਂ ਜੰਗਲਾਂ ਫਸ ਗਿਆ ਤੇ ਇਹਨੇ ਏਜੰਟ ਨੇ ਸਾਤੋਂ ਸਾਰੇ ਪੈਸੇ ਲੈ ਲਏ। 15 ਲੱਖ ਰੁਪਇਆ ਤੋਂ ਪੂਰਾ ਇਹਨੇ ਕਲੇਮ ਕਰ ਲਿਆ। ਇਹਨੇ ਗਾੜੀ ਮੁੜਾ ਕੇ ਸਾਨੂੰ ਬਾਹਰ ਭੇਜੋ, ਉੱਥੋਂ ਦੇ ਬੰਦੇ ਤੋਂ ਮਤਲਬ ਪੈਸੇ ਮੰਗ ਕੀਤੀ। ਇਹ ਪੈਸੇ ਨਹੀਂ ਦੇ ਰਹੇ। ਇਹ ਕਹੇ ਵੀ ਤੇਰਾ ਮੁੰਡਾ ਫਸਿਆ ਰਹੇ, ਭਾਵੇਂ ਮਰੇ ਜਾਂ ਜੀਏ, ਅਸੀਂ ਕੀ ਕਰੀਏ। ਅਸੀਂ ਇੱਕ ਬਹੁਤ ਵਾਰ ਗਏ ਵੀ ਪੈਸੇ ਤੁਸੀਂ ਲੈ ਲਏ ਆ, ਤੁਸੀਂ ਗਾਂਹ ਪੈਸੇ ਦਿਓ। ਇਹਨਾਂ ਨੇ ਗਾਂਹ ਪੈਸੇ ਨਹੀਂ ਦਿੱਤੇ ਅਤੇ ਉੱਥੋਂ ਮੁੰਡਾ ਇਹਨੇ ਗਾਂਹ ਭਜਾਤਾ। ਗਾਂਹ ਅਸੀਂ ਆਪਣੇ ਜਦੋਂ ਮੁੰਡੇ ਨੇ ਮੈਨੂੰ ਗੱਲ ਕੀਤੀ ਫੋਨ 'ਤੇ, ਫਿਰ ਇਹ ਕਿਸੇ ਤਰੀਕੇ ਏਜੰਟ ਹੋਰ ਇਹਨੇ ਮੈਨੂੰ ਦੱਸਿਆ, ਉਹਦੇ ਨਾਲ ਗੱਲ ਕਰਕੇ, ਉਹ ਹਰਿਆਣੇ ਦਾ ਰਹਿਣ ਵਾਲਾ ਏਜੰਟ ਸੀਗਾ, ਉਹਨੂੰ ਅਸੀਂ ਕਿਹਾ ਤੁਹਾਨੂੰ ਪੈਸੇ ਕਿੱਦਾਂ ਪਾਈਏ, ਅਸੀਂ ਤਾਂ ਸਾਰੇ ਪੈਸੇ ਪਹਿਲਾਂ ਦੇ ਚੁੱਕੇ ਹਾਂ। ਉਹ ਕਹਿੰਦਾ ਜਦੋਂ ਇਹ ਸਾਰੀ ਤੁਸੀਂ ਆਪਣੀ ਜਮ੍ਹਾਂ ਪੂੰਜੀ ਜਾਂ ਰਿਟਾਇਰਮੈਂਟ 'ਤੇ ਜੋ ਪੈਸਾ ਮਿਲਿਆ ਸੀਗਾ ਉਹ ਲਾ ਦਿੱਤਾ, ਫਿਰ ਦੁਬਾਰਾ ਕਿਵੇਂ ਪੈਸੇ ਇਕੱਠੇ ਕੀਤੇ ਦੁਬਾਰਾ ਜੀ ਮੈਂ ਕੁਛ ਬੰਦਿਆਂ ਤੋਂ ਪੈਸੇ ਫੜੇ, ਉਧਾਰ ਲਿਆ। ਫਿਰ ਮੇਰੇ ਕੋਲ ਥੋੜ੍ਹੀ ਜ਼ਮੀਨ ਹੀ ਉਹ 'ਤੇ ਲਿਮਟ ਨਾ ਬਣੇ, ਫਿਰ ਮੇਰੀ ਪੈਨਸ਼ਨ ਵਿੱਚ ਪਾ ਕੇ ਉਹਨੇ 6.5 ਲੱਖ ਦੀ ਲਿਮਟ ਬਣਾਈ। ਉਹ ਪੈਸੇ ਫਿਰ ਅਸੀਂ ਤੋਂ ਫਿਰ ਦੇ ਕੇ ਫਿਰ ਮੰਗਾਇਆ ਮੁੰਡਾ। ਅੱਛਾ ਸਰਬਜੀਤ, ਤੁਸੀਂ ਉਹ ਰਸਤਾ ਦੇਖਿਆ ਆਏ ਹੋ, ਤੁਸੀਂ ਉਹ ਮੌਤ ਦਾ ਰਾਹ ਮੈਂ ਕਹੂੰਗਾ ਦੇਖਿਆ ਆਏ ਹੋ ਵੀ ਕਿਸ ਤਰੀਕੇ ਦੇ ਨਾਲ ਨੌਜਵਾਨ ਅਮਰੀਕਾ ਦਾ ਸੁਪਨਾ ਦੇਖਦੇ ਨੇ ਔਰ ਏਜੰਟ ਕਿਸ ਤਰੀਕੇ ਦੇ ਨਾਲ ਇੱਥੇ ਕੁਝ ਕਹਿੰਦੇ ਨੇ ਔਰ ਜਦੋਂ ਬੰਦਾ ਜਾਂਦਾ ਉੱਥੇ ਕੁਝ ਤਸਵੀਰਾਂ ਸਾਹਮਣੇ ਆਉਂਦੀਆਂ ਨੇ। ਕੀ ਕਹਿਣਾ ਚਾਹੋਗੇ ਪੰਜਾਬ ਦੇ ਨੌਜਵਾਨਾਂ ਨੂੰ, ਕਿਉਂਕਿ ਤੁਸੀਂ ਖੁਦ ਉਹ ਹਾਲਾਤ ਦੇਖ ਕੇ ਆਏ ਹੋ? ਲੱਗਦਾ ਵੀ ਇਹ ਮੌਤ ਦਾ ਰਸਤਾ ਹੈਗਾ, ਮੌਤ ਦੇ ਮੂੰਹ 'ਚੋਂ ਬਚ ਕੇ ਆਏ ਹੋ? ਹਾਂਜੀ ਜੀ, ਮੌਤ ਦਾ ਰਸਤਾ ਕਿਉਂ ਨਹੀਂ ਜੀ, ਆਪਣੀ ਜਾਨ ਗਵਾਉਣੀ ਹੈ, ਇਹ ਮੌਤ ਦਾ ਰਸਤਾ ਹੀ ਹੈ ਜੀ। ਮੈਂ ਤੇ ਪੰਜਾਬ ਦੇ ਨੌਜਵਾਨਾਂ ਨੂੰ ਇਹ ਗੱਲ ਕਹਿਣਾ ਚਾਹੁੰਦਾ ਹਾਂ, ਪਹਿਲਾਂ ਤਾਂ ਮੈਂ ਸਰਕਾਰ ਨੂੰ ਕਹਿਣਾ ਚਾਹੁੰਦਾ ਹਾਂ ਕਿ ਤੇ ਜਿਹੜੀਆਂ ਨੌਕਰੀਆਂ ਹੈ ਵੱਧ ਤੋਂ ਵੱਧ ਆਪਣੇ ਪੰਜਾਬ ਦੀਆਂ ਨੌਕਰੀਆਂ ਦਿੱਤੀਆਂ ਜਾਣ, ਜੋ ਕਿ ਤੁਸੀਂ ਇੱਥੇ ਨੌਕਰੀ ਸਿਸਟਮ ਸਾਡਾ ਸਹੀ ਨਹੀਂ ਹੈ ਜੀ। ਕਿਉਂ ਲੋਕੀ ਬਾਹਰ ਜਾਂਦੇ ਆ, ਹਰ ਬੰਦੇ ਨੇ ਪੈਸਾ, ਅੱਜ ਦੀ ਟਾਈਮ ਦੇ ਵਿੱਚ ਪੈਸਾ ਬਹੁਤ ਜ਼ਰੂਰੀ ਹੈ। ਜੇ ਪੈਸਾ ਨਹੀਂ ਹੈ ਤਾਂ ਬੰਦਾ ਕੁਝ ਕਰ ਨਹੀਂ ਸਕਦਾ। ਇਸ ਕਰਕੇ ਲੋਕੀ ਬਾਹਰ ਨੂੰ ਜਾਂਦੇ ਆ ਕਿ ਮੈਂ ਆਪਣੇ ਸ਼ੌਂਕ ਪੂਰੇ ਕਰਨੇ ਆ ਜੀ। ਉਹੀ ਸ਼ੌਂਕ ਸਾਡੇ ਪੰਜਾਬ ਸਰਕਾਰ ਸਾਨੂੰ ਨੌਕਰੀਆਂ ਦਿੱਤੀਆਂ ਜਾਣ, ਅਸੀਂ ਨੌਕਰੀਆਂ ਕਰੀਏ। ਅੱਜ ਇੱਕ ਬੰਦਾ ਮੁਲਾਜ਼ਮ ਆਰਮੀ 'ਚੋਂ ਰਿਟਾਇਰ ਹੁੰਦਾ ਹੈ ਅਤੇ ਉਹਨੂੰ ਪੁਲਿਸ ਦੀ ਨੌਕਰੀ ਮਿਲ ਜਾਂਦੀ ਹੈ ਆਉਂਦੇ ਨੂੰ ਹੀ ਪੰਜਾਬ ਦੇ ਵਿੱਚ। ਕਿ ਇਹ ਸਿਸਟਮ ਗਲਤ ਹੈ ਸਾਡਾ। ਜਿਹੜੀ ਨਵੀਂ ਜਨਰੇਸ਼ਨ ਹੈ ਉਹਨੂੰ ਪਹਿਲਾਂ ਮੌਕਾ ਦੇਣਾ ਚਾਹੀਦਾ, ਉਹਨਾਂ ਨੂੰ ਮੌਕਾ ਦਿੰਦੇ ਆ। ਇੱਕ ਸਰਵਿਸਮੈਨ ਆ ਕੇ ਨੌਕਰੀ ਕਰ ਰਿਹਾ ਹੈ, ਦੂਜਾ ਤੁਸੀਂ ਇੱਕ ਜਿਹੜਾ ਬੇਰੁਜ਼ਗਾਰ ਮੁੰਡੇ ਧੱਕੇ ਖਾ ਰਹੇ ਨੇ, ਦਿਹਾੜੀ ਟੱਪਾ ਕਰਕੇ ਆਪਣਾ ਟਾਈਮ ਪਾਸ ਕਰਦੇ ਨੇ, ਆਪਣੀਆਂ ਜ਼ਮੀਨਾਂ ਵੇਚ ਕੇ ਬਾਹਰ ਜਾਂਦੇ, ਤੁਸੀਂ ਉਹਨਾਂ ਨੂੰ ਪਹਿਲਾਂ ਮੌਕਾ ਦਿਵੋ ਜੋ ਕਿ ਇੱਥੇ ਨੌਕਰੀਆਂ ਕਰਨ, ਇੱਥੇ ਆਪਣੇ ਪੰਜਾਬ 'ਚ ਰਹਿਣ, ਆਪਣੇ ਪੰਜਾਬ ਦਾ ਭਵਿੱਖ ਸਾਂਭਣ। ਇਸ ਕਰਕੇ ਮੈਂ ਪੰਜਾਬ ਦੇ ਨੌਜਵਾਨਾਂ ਨੂੰ ਵੀ ਕਹਿਣਾ ਚਾਹੁੰਦਾ, ਇਸ ਨਿਹੱਤੇ ਏਜੰਟਾਂ ਦੇ ਕੋਲ ਨਾ ਫਸੋ। ਜੇ ਤੁਸੀਂ ਜਾਣਾ ਵੀ ਹੈ ਅਤੇ ਤੁਸੀਂ ਲੀਗਲ ਤਰੀਕੇ ਨਾਲ ਜਾਓ, ਜਿਹੜਾ ਕਿ ਕਾਨੂੰਨੀ ਤੌਰ 'ਤੇ ਬੰਦਾ ਜਾ ਸਕਦਾ ਹੈ। ਵੀਜ਼ਾ ਲੈ ਕੇ ਜਾਓ, ਵਰਕ ਪਰਮਿਟ ਲਓ, ਘੁੰਮਣ ਜਾਣਾ ਟੂਰਿਸਟ ਲਓ, ਆਪਣੇ ਮਤਲਬ ਕਿ ਵਧੀਆ ਏਜੰਟਾਂ ਦੇ ਕੋਲ ਜਾਓ। ਇੱਦਾਂ ਜਿੱਦਾਂ ਲਾਇਸੈਂਸ ਵਾਲੇ ਏਜੰਟਾਂ ਜਾਓ। ਮੇਰਾ ਏਜੰਟ ਦੇ ਕੋਲ ਤਾਂ ਲਾਇਸੈਂਸ ਵੀ ਨਹੀਂ, ਪਹਿਲਾਂ ਤਾਂ ਮੈਨੂੰ ਕੁਛ ਪਤਾ ਹੀ ਨਹੀਂ। ਹੁਣ ਮੈਂ 50-60 ਕੰਟਰੀਆਂ ਘੁੰਮਿਆ, ਮੈਨੂੰ ਅਕਲ ਆਈ ਹੈ, ਮੈਨੂੰ ਸਮਝ ਲੱਗੀ ਹੈ। ਮੈਂ ਤਾਂ ਇਹੀ ਕਹਿਣਾ ਚਾਹੁੰਦਾ ਕਿ ਇਹ ਗਲਤ ਏਜੰਟਾਂ ਦੇ ਹੱਥ ਨਾ ਫਸੋ। ਜੇ ਤੁਸੀਂ ਜਾਣਾ ਹੀ ਹੈ ਤਾਂ ਤੁਸੀਂ ਇੱਕ ਨੰਬਰ ਦੇ ਵਿੱਚ ਜਾਓ, ਜਿੱਥੇ ਤੁਹਾਡਾ
ਕੁਝ ਬਣੇ ਵੀ ਤੁਹਾਡੇ ਪੈਸਿਆਂ ਦੇ ਪਲ ਗਏ, ਪੈਸੇ ਲਾਏ ਆ ਨਾਲੇ ਪੈਸੇ। ਸਰਬਜੀਤ ਹੁਣ ਅਗਲਾ ਪਲਾਨ ਕੀ ਹੈ? ਹੁਣ ਬਾਹਰ ਜਾਣ ਦੀ ਇੱਛਾ ਹੈਗੀ ਹੈ? ਜਿਸ ਤਰੀਕੇ ਦੇ ਹਾਲਾਤ ਦੇਖ ਕੇ ਆਏ ਹੋ, ਹੁਣ ਇੱਛਾ ਹੈਗੀ ਹੈ ਮਨ ਦੇ ਵਿੱਚ, ਜਾਂ ਆਪਣੇ ਮਾਪਿਓ ਦੇ ਕੋਲ ਰਹਿਣਾ? ਕਿਉਂਕਿ ਲੱਖਾਂ ਰੁਪਏ ਤੁਸੀਂ ਤੁਹਾਡੇ ਏਜੰਟ ਨੇ ਵੀ ਠੱਗ ਲਏ ਹੈ ਨਾ, ਬਹੁਤ ਸਾਰਾ ਖਰਚਾ ਤੁਹਾਡਾ ਰਸਤੇ ਵਿੱਚ ਹੋ ਗਿਆ, ਜੇਲ੍ਹਾਂ ਤੋਂ ਨਿਕਲਦੇ ਹੋ ਗਿਆ, ਉਹ ਰਸਤਾ ਜਿਹੜਾ ਮੌਤ ਦੇ ਮੂੰਹ ਨੂੰ ਜਾਂਦਾ ਹੈ ਉਹ ਦੇਖ ਕੇ ਆਏ ਹੋ। ਹੁਣ ਅੱਗੇ ਪਲਾਨ ਕੀ ਹੈ, ਕੀ ਸੋਚ ਚੱਲਦੀ ਹੈ ਹੁਣ? ਦੇਖੋ ਜੀ, ਸੋਚਦਾ ਹੁਣ ਤੁਹਾਨੂੰ ਕੀ ਦੱਸੀਏ, 50 ਲੱਖ ਤੇ ਗਵਾਹ ਹੋ ਗਿਆ, 18-20 ਲੱਖ ਬੈਂਕ ਦਾ ਲੋਨ ਦੇਣਾ ਹੈ, ਤੇ ਹੁਣ ਤੇ ਸਾਡੀ ਪਹੁੰਚ ਕਿੱਥੇ ਬਾਹਰ ਜਾਣ ਦੀ ਹੈ? ਬਾਹਰ ਜਾਣ ਨੂੰ ਤੇ ਲੱਖਾਂ ਰੁਪਏ ਲੱਗਦੇ ਆ ਜੀ। ਹੁਣ ਸਾਡੀ ਕਿੱਥੇ ਪਹੁੰਚ ਰਹਿ ਗਈ? ਬਸ ਮੈਨੂੰ ਤਾਂ ਇਹੀ ਹੈ ਕਿ ਮੈਂ ਇੱਥੇ ਨੌਕਰੀ ਮਾੜੀ ਮੋਟੀ ਕਰਕੇ ਆਪਣਾ ਕਰਜ਼ਾ ਕੁਰਜ਼ਾ ਲਾ ਲਾਂ, ਜਿਹੜਾ ਕੱਲ ਨੂੰ ਸੁੱਖ ਦਾ ਸਾਹ ਲੈ ਕੇ ਮੈਂ ਜੀ ਦੇ ਸਕਾਂ। ਜੋ ਮੇਰੀ ਪੂੰਜੀ ਹੋਏਗੀ ਮੈਂ ਜੋੜਾਂਗਾ ਜੀ, ਕੱਲ ਨੂੰ ਆਪਣੇ ਅਗਲੇ ਭਵਿੱਖ ਦੇਖਾਂਗਾ ਕਿ ਮੇਰਾ ਅੱਗੇ ਭਵਿੱਖ ਕੀ ਬਣੇਗਾ। ਬਾਹਰ ਦੀ ਤੇ ਹੁਣ ਕੀ ਤੁਹਾਨੂੰ ਦੱਸੀਏ, ਬਾਹਰ ਤੋਂ ਜਾ ਹੀ ਨਹੀਂ ਸਕਦੇ ਅਸੀਂ। ਪੈਸਾ ਜੋ ਹੀ ਉਹ ਤੇ ਅਸੀਂ ਲਾਤਾ। ਹੁਣ ਤੇ ਏਜੰਟ ਦੇ ਵਿਰੁੱਧ ਬੈਠੇ ਹੀ ਕਿ ਚਲੋ ਜੇ ਕੁਝ ਮੋੜਦੇ ਤੇ ਕਰਜ਼ਾ ਵਾਪਸ ਮੇਰਾ ਹੋ ਜਾਏਗਾ, ਪਰ ਏਜੰਟ ਨੇ ਮੇਰੀ ਗੱਲ ਨਹੀਂ ਸੁਣੀ। ਹੁਣ ਤਾਂ ਮੈਂ ਪ੍ਰਸ਼ਾਸਨ ਨੂੰ ਮੰਗ ਕਰਦਾ ਕਿ ਇਹਦੇ ਤੇ ਬਣਦੀਆਂ ਕਾਰਵਾਈਆਂ ਕੀਤੀਆਂ ਜਾਣ ਏਜੰਟਾਂ ਦੇ। ਮੇਰੀ ਜਿੱਥੇ ਜ਼ਰੂਰਤ ਪੈਂਦੀ ਹੈ, ਜਿਹੜੇ ਏਜੰਟ ਦਾ ਚਾਹੀਦਾ ਮੈਨੂੰ ਦੱਸਣ। ਮੈਂ ਹਰ ਬੰਦਾ ਜਿੰਨਾ ਵੀ ਹੈ ਮੈਂ ਖੁਦ ਇਸ ਲਈ ਕੰਮ ਕਰਾਂਗਾ ਏਜੰਟਾਂ ਨੂੰ ਫੜਾਉਣ 'ਚ। ਜਿੱਥੇ ਏਜੰਟ ਕਿਹੜਾ ਵੀ ਕੰਮ ਕਰਦਾ ਹੈ ਮੈਂ ਹਰ ਬੰਦੇ ਕੋਲ ਪਤਾ ਕਰਾਂਗਾ। ਜੋ ਮੇਰੇ ਨਾਲ ਮੇਰੇ ਸਾਥੀ ਡਿਪੋਰਟ ਆਏ ਨੇ ਮੈਂ ਉਹਨਾਂ ਨਾਲ ਕੰਟੈਕਟ ਕਰਾਵਾਂਗਾ ਸਾਰਿਆਂ ਦਾ। ਜਿਹੜੇ ਬੰਦੇ ਵੀ ਡਿਪੋਰਟ ਆਏ ਉਹ ਸਾਰੇ ਏਜੰਟਾਂ ਦੇ ਕਾਰਵਾਈਆਂ ਹੋਣ ਜਿਹੜੇ ਕੰਮ ਕਰਦੇ ਨੇ। ਜਿਨ੍ਹਾਂ ਕੋਲ ਲਾਇਸੈਂਸ ਨਹੀਂ ਉਹਨਾਂ 'ਤੇ ਸਿੱਧੀ ਕਾਰਵਾਈ ਹੁੰਦੀ, ਉਹਨੂੰ ਸਿੱਧੀ ਸਜ਼ਾ ਦੇਵੇ ਉਹਨੂੰ। ਇਹਨਾਂ ਨੂੰ ਤਾਂ ਜੇਲ੍ਹਾਂ 'ਚੋਂ ਕੱਢਣਾ ਨਹੀਂ ਚਾਹੀਦਾ। ਇੰਨੇ ਗੰਦੇ ਬੰਦੇ ਨੇ, ਇੰਨੇ ਬੰਦਿਆਂ ਦਾ ਇਹ ਭਵਿੱਖ ਨੂੰ ਰੋਲਣ ਦੇ ਨੇ। ਇਹਨਾਂ ਨੂੰ ਬੰਦੇ ਕੌਣ ਕਹਿੰਦਾ ਜੀ? ਇਹ ਤਾਂ ਬਹੁਤ ਗਲਤ ਕੰਮ ਕਰਦੇ ਜੀ। ਇੱਥੇ ਕੁਛ ਦੱਸਦੇ ਆ, ਅੱਗੇ ਕੁਛ ਕਰਦੇ ਆ। ਇਹ ਸਾਰਾ ਸਿਸਟਮ ਇਹਨਾਂ ਨੇ ਖਰਾਬ ਕੀਤਾ। ਇੱਕ ਮੈਂ ਸਰਕਾਰਾਂ ਨੂੰ ਵੀ ਮੰਗ ਕਰਨਾ ਚਾਹੁੰਦਾ ਹੈ, ਜਿਵੇਂ ਤੁਸੀਂ ਏਅਰਪੋਰਟਾਂ ਦੇ ਪੈਸੇ ਕਹਿੰਦੇ ਸੈਟਿੰਗ ਹੁੰਦੀ ਹੈ, ਏਜੰਟ ਕਹਿੰਦੇ ਸਾਡੀ ਸੈਟਿੰਗ ਹੈ, ਤੈਨੂੰ ਕੋਈ ਰੋਕੇਗਾ ਨਹੀਂ। ਔਨ ਅਰਾਈਵਲ ਵੀਜ਼ਾ ਹੈ, ਡਾਕੂਮੈਂਟ ਘੱਟੋ ਘੱਟ ਚੈੱਕ ਕਰੋ ਕਿਹੜਾ ਬੰਦਾ ਜਾ ਰਿਹਾ, ਕਿੱਦਾਂ ਜਾ ਰਿਹਾ। ਏਅਰਪੋਰਟਾਂ ਦੇ ਵੀ ਕੋਈ ਇੱਦਾਂ ਦਾ ਸਿਸਟਮ ਹੈ ਜੀ, ਏਅਰਪੋਰਟਾਂ ਦੇ ਵੀ ਪੂਰੇ ਪੈਸਾ ਚੱਲਦਾ ਹੈ, ਸੈਟਿੰਗ ਹੈ, ਹਰ ਚੀਜ਼ 'ਚ ਸੈਟਿੰਗ ਹੈ ਜੀ। ਬੰਦਾ ਜੇ ਜਿੰਨਾ ਚਿਰ ਸੈਟਿੰਗ ਜੋ ਸਿਸਟਮ ਨਹੀਂ ਸਹੀ ਹੋਏਗਾ ਉਹਨਾਂ ਚਿਰ ਮੈਨੂੰ ਨਹੀਂ ਲੱਗਦਾ, ਮੈਂ ਨਹੀਂ ਉਮੀਦ ਕਰਦਾ ਕਿ ਇਹ ਸਿਸਟਮ ਬਦਲੇਗਾ। ਅਤੇ ਮੈਂ ਇਸ ਕਰਕੇ ਆਪਣੇ ਪ੍ਰਾਈਮ ਮਿਨਿਸਟਰ ਨੂੰ ਵੀ ਅਪੀਲ ਕਰਦਾ, ਸੈਂਟਰ ਗੌਰਮੈਂਟ ਨੂੰ ਵੀ ਅਪੀਲ ਕਰਦਾ ਹੈ ਕਿ ਸੈਂਟਰ ਦੇ ਅੰਡਰ ਆਉਂਦਾ ਹੈ ਦਿੱਲੀ ਏਅਰਪੋਰਟ, ਹਰ ਚੀਜ਼ ਇਸ ਕਰਕੇ ਅੰਬੈਸੀਆਂ ਹਰ ਚੀਜ਼ 'ਤੇ ਨਿਗਰਾਨੀ ਕੀਤੀ ਜਾਏ। ਕੱਲ੍ਹ ਨੂੰ ਜਿਹੜਾ ਵੀ 2 ਨੰਬਰ ਦੇ ਅਨਲੀਗਲ ਏਜੰਟ ਕੰਮ ਕਰਦੇ ਨੇ ਉਹਨਾਂ 'ਤੇ ਨੱਥ ਪਾਈ ਜਾਵੇ, ਜੋ ਕਿ ਲੀਗਲ ਜਿਹੜੇ ਬੰਦੇ ਕੰਮ ਕਰਦੇ ਨੇ ਉਹ ਸਹੀ ਕਰਨ, ਆਪਣਾ ਕੰਮ ਕਰਨ। ਇਸ ਕਰਕੇ ਮੇਰੀ ਇਹੀ ਮੰਗ ਹੈ ਜੀ, ਇਹਨਾਂ ਦੇ ਏਜੰਟਾਂ ਦੇ ਬੰਦੀ ਕਾਰਵਾਈ ਕੀਤੀ ਜਾਏ ਪੰਜਾਬ ਸਰਕਾਰ ਨੂੰ। ਸੋ ਇਹ ਸੀ ਸਰਬਜੀਤ ਸਿੰਘ, ਜਿਸ ਦੇ ਵੱਲੋਂ ਅਮਰੀਕਾ ਵਿੱਚ ਜਾ ਕੇ ਆਪਣਾ ਚੰਗਾ ਭਵਿੱਖ ਬਣਾਉਣ ਦਾ ਸੁਪਨਾ ਦੇਖਿਆ ਸੀ, ਪਰ ਉਹਦੇ ਸੁਪਨੇ ਨੂੰ ਲੱਖਾਂ ਰੁਪਏ ਲਗਾ ਕੇ, ਲੱਖਾਂ ਰੁਪਏ ਠੱਗ ਕੇ ਇੱਕ ਏਜੰਟ ਦੇ ਵੱਲੋਂ ਕਿਵੇਂ ਮੌਤ ਦੇ ਮੂੰਹ ਦੇ ਵਿੱਚ ਸਰਬਜੀਤ ਨੂੰ ਧੱਕ ਦਿੱਤਾ ਔਰ ਉਸਦੇ ਸੁਪਨੇ ਚਕਨਾਚੂਰ ਕਰ ਦਿੱਤੇ। ਸੋ ਇਹ ਹੱਡ ਬੀਤੀ ਸਰਬਜੀਤ ਦੇ ਵੱਲੋਂ ਸੁਣਾਈ ਸੀ। ਬਹੁਤ ਸਾਰੇ ਪੰਜਾਬ ਦੇ ਨੌਜਵਾਨ ਅਜੇ ਵੀ ਡੌਂਕਰਾਂ ਦੇ ਜਾਂ ਠੱਗ ਏਜੰਟਾਂ ਦੇ ਅੜਿੱਕੇ ਆਉਂਦੇ ਨੇ, ਪਰ ਏਜੰਟ ਉਹਨਾਂ ਦੀ ਇਸੇ ਮਾਸੂਮੀਅਤ ਦਾ ਫਾਇਦਾ ਲਾ ਕੇ, ਉਹਨਾਂ ਦੇ ਇੱਕ ਸੁਪਨੇ ਦਾ ਨਜਾਇਜ਼ ਫਾਇਦਾ ਲਾ ਕੇ ਜਿੱਥੇ ਲੱਖਾਂ ਰੁਪਏ ਠੱਗਦਾ ਤਾਂ ਉੱਥੇ ਉਹਨਾਂ ਦੀ ਜਾਨ ਨੂੰ ਜੋਖਿਮ 'ਚ ਵੀ ਪਾਉਂਦਾ। ਸਾਡੀ ਵੀ ਅਪੀਲ ਹੈ ਕਿ ਇਹਨਾਂ ਏਜੰਟਾਂ ਨੂੰ ਆਪਣਾ ਪਾਸਪੋਰਟ ਜਾਂ ਉਹਦੇ ਕੰਮ ਨੂੰ, ਉਸ ਨੂੰ ਆਪਣਾ ਕੰਮ ਸੌਂਪਣ ਤੋਂ ਪਹਿਲਾਂ ਉਸਦੀ ਚੰਗੀ ਤਰ੍ਹਾਂ ਦੇ ਨਾਲ ਜਾਂਚ ਕਰੋ। ਸਭ ਤੋਂ ਪਹਿਲਾਂ ਇਹ ਦੇਖੋ ਵੀ ਕੀ ਉਹ ਏਜੰਟ ਸਰਕਾਰ ਦੇ ਵੱਲੋਂ ਮਾਨਤਾ ਪ੍ਰਾਪਤ ਹੈ, ਕਿ ਉਹ ਲੀਗਲ ਤਰੀਕੇ ਦੇ ਨਾਲ ਤੁਹਾਨੂੰ ਬਾਹਰ ਭੇਜ ਸਕੇਗਾ। ਫਿਰ ਹੀ ਉਹਨਾਂ ਏਜੰਟਾਂ ਨੂੰ ਆਪਣਾ ਪਾਸਪੋਰਟ ਦਿਓ ਜਾਂ ਉਹਨਾਂ ਦੇ ਨਾਲ ਕਿਸੇ ਵੀ ਤਰੀਕੇ ਦੀ ਡੀਲ ਕਰੋ। ਕਿਉਂਕਿ ਜਿਸ ਤਰੀਕੇ ਦੇ ਨਾਲ ਇਹ ਘਟਨਾ ਸਰਬਜੀਤ ਦੇ ਨਾਲ ਵਾਪਰੀ ਹੈ, ਉਸੇ ਤਰ੍ਹਾਂ ਦੀ ਘਟਨਾ ਤੁਹਾਡੇ ਵਾਪਰ ਸਕਦੀ ਹੈ। ਬਹੁਤ ਸਾਰੇ ਲੱਖਾਂ ਨੌਜਵਾਨ ਪਿਛਲੇ ਦਿਨੀ ਅਮਰੀਕਾ ਤੋਂ ਡਿਪੋਰਟ ਵੀ ਕੀਤੇ ਗਏ ਨੇ, ਪਰ ਇਸ ਦੇ ਬਾਵਜੂਦ ਨੌਜਵਾਨ ਅਜੇ ਵੀ ਇਲੀਗਲ ਤਰੀਕੇ ਦੇ ਨਾਲ ਅਮਰੀਕਾ ਜਾਣ ਦੀ ਕੋਸ਼ਿਸ਼ ਦੇ ਵਿੱਚ ਆਪਣੇ ਆਪ ਨੂੰ ਜੋਖਿਮ 'ਚ ਪਾ ਰਹੇ ਨੇ ਔਰ ਆਪਣਾ ਲੱਖਾਂ ਰੁਪਏ ਦਾ ਨੁਕਸਾਨ ਵੀ ਕਰ ਰਹੇ ਨੇ। ਫਿਲਹਾਲ ਕੈਮਰਾਮੈਨ ਵਰਿੰਦਰ ਮਹਿਰਾ ਦੇ ਨਾਲ ਸੁਖਵਿੰਦਰ ਸਿੰਘ, ਹਮਦਰਦ TV, ਜ਼ਿਲ੍ਹਾ ਹੁਸ਼ਿਆਰਪੁਰ।